ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਜੀ ਸ਼ੁਕਰੀਆ। ਧੰਨਵਾਦ ਹਮੀਰ ਸਿੰਘ ਜੀ। ਅਖਬਾਰਾਂ ਦੀਆਂ ਖਬਰਾਂ ਜੋ ਛਪੀਆਂ ਨੇ ਕਿ ਕੈਪਟਨ ਸਾਹਿਬ ਦੇ ਵੇਲੇ 5-5 ਮਰਲੇ ਦੇ ਪਲਾਟ ਲੋਕਾਂ ਦੇ ਵਿੱਚ ਜਿਹੜੇ ਵੰਡੇ ਗਏ, ਉਹਦੇ ਵਿੱਚੋਂ ਬਹੁਤੇ ਕਹਿੰਦੇ 1600 ਤੋਂ ਉੱਤੇ ਇਹੋ ਜਿਹੇ ਪਲਾਟ ਨੇ ਜਿਹੜੇ ਫਰਜ਼ੀ ਲੋਕਾਂ ਨੂੰ ਗਏ ਨੇ। ਇਹ ਪਹਿਲਾਂ ਵੀ ਹੁੰਦਾ ਆਇਆ, ਭਾਵੇਂ ਅਕਾਲੀ ਦਲ ਦੀ ਸਰਕਾਰ ਹੋਵੇ ਉਹਨਾਂ ਦੇ ਵਿੱਚ ਵੀ, ਕਿ ਉਹਨਾਂ ਵੱਲੋਂ ਜਿਹੜੀ ਆਟਾ ਦਾਲ ਸਕੀਮ ਜਾਂਦੀ ਸੀ ਜਾਂ ਹੁਣ ਵੀ ਜਾਂਦੀ ਹੈ, ਉਹ ਵੀ ਕਿਤੇ ਨਾ ਕਿਤੇ ਫਰਜ਼ੀ ਪਰਿਵਾਰਾਂ ਦੇ ਕੋਲ ਹੈ, ਫਰਜ਼ੀ ਲੋਕ ਉਹਦੇ ਵਿੱਚ ਬੈਠੇ ਨੇ। ਮਾਨ ਸਰਕਾਰ ਨੂੰ ਇਸ ਸਭ ਦੇ ਵਿਚਾਲੇ ਕਿੱਦਾਂ ਦੇਖਿਆ ਜਾਏ ਕਿ ਉਹਨਾਂ ਲੋਕਾਂ ਦੀ ਪੁਣਛਾਣ ਕੀਤੀ ਜਾਵੇ, ਨਾਲੇ ਪਤਾ ਲੱਗੇ ਕਿ ਕਿੱਥੇ ਕਿੱਥੇ ਕਿੰਨਾ ਘਪਲਾ ਹੋਇਆ। ਅਸਲ ਦੇ ਵਿੱਚ ਇਹ ਹੈ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨਾਰਮਲੀ ਲੋੜਵੰਦਾਂ ਤੱਕ ਸੀਮਿਤ ਹੁੰਦੀਆਂ ਨੇ, ਕਿ ਆਹ ਬੰਦੇ ਨੇ, ਕਿਉਂਕਿ ਘਰ ਦੇ ਨਾਲ ਘਰ, ਜੇ ਬੰਦੇ ਨੇ ਜ਼ਿੰਦਗੀ ਜਿਉਣੀ ਆ ਉਹਦੇ ਲਈ ਰੋਟੀ ਚਾਹੀਦੀ ਹੈ, ਘਰ ਚਾਹੀਦਾ, ਘੱਟੋ ਘੱਟ ਬੇਸਿਕ ਜ਼ਰੂਰਤਾਂ ਤਾਂ ਚਾਹੀਦੀਆਂ ਨੇ ਨਾ, ਫਿਰ ਉਹ ਅਗਲੀਆਂ ਚੀਜ਼ਾਂ ਸ਼ੁਰੂ ਕਰਦੇ। ਹੁਣ ਇਹਦੇ 'ਚ ਇੱਕ ਪਾਲਿਸੀ ਬਹੁਤ ਪੁਰਾਣੀ ਬਣੀ ਹੋਈ ਹੈ 5 ਮਰਲੇ ਦੇ ਪਲਾਟਾਂ ਵਾਲੀ। ਪਹਿਲੀ ਗੱਲ ਤਾਂ ਕੀ ਪਾਰਟੀਆਂ ਜਿਹੜੀਆਂ ਨੇ, ਉਸ ਜਿਹੜੀ ਬਣੀ ਹੋਈ ਪਾਲਿਸੀ ਹੈ ਉਹਦੇ ਮੁਤਾਬਕ ਕੰਮ ਕਰਨ ਦਿੰਦੀਆਂ ਨੇ ਪ੍ਰਸ਼ਾਸਨ ਨੂੰ, ਜਾਂ ਪ੍ਰਸ਼ਾਸਨ ਉਹਦੇ ਮੁਤਾਬਕ ਕੰਮ ਕਰਦਾ ਜਾਂ ਨਹੀਂ ਕਰਦਾ। ਜੇ ਸਰਕਾਰ ਔਰ ਪ੍ਰਸ਼ਾਸਨ ਔਰ ਸੱਤਾਧਾਰੀ ਪਾਰਟੀ ਮਿਲ ਜਾਂਦੀਆਂ ਨੇ ਕਿ ਆਪਾਂ ਕੇਵਲ ਉਹਨੂੰ ਦੇਣਾ ਜਾਂ ਆਪਣੇ ਬੰਦੇ ਨੂੰ ਦੇਣਾ, ਦੂਜਾ ਛੱਡ ਦੇਣਾ, ਤੀਜਾ, ਉਹ ਜਿਹੜੀ ਪ੍ਰਕਿਰਿਆ ਉਹਨੂੰ ਫੋਲੋ ਹੀ ਨਹੀਂ ਕਰਦੀਆਂ, ਤਾਂ ਇਹ ਚਿਹਰਾ ਫੇਰੀ ਹਮੇਸ਼ਾ ਹੀ ਰਹੂਗੀ। ਹਰ ਕਿਤੇ 'ਚ ਰਹਿੰਦੀ ਹੈ, ਵੱਡੇ ਵੱਡੇ ਠੇਕਿਆਂ 'ਚ ਵੀ ਰਹਿੰਦੀ ਹੈ, ਵੱਡੇ ਮਾਮਲਿਆਂ 'ਚ ਵੀ, ਜਿੱਥੇ ਜ਼ਮੀਨਾਂ ਦਬਦੇ ਨੇ ਉੱਥੇ ਵੀ ਰਹਿੰਦੀ ਹੈ। ਇੱਥੇ ਵੀ ਇਹੀ ਕੁਝ ਵਾਪਰਦਾ। ਜੇਕਰ ਤੁਸੀਂ ਉਸ ਪਾਲਿਸੀ ਨੂੰ ਦੇਖੋ, ਪਾਲਿਸੀ ਦੇ ਵਿੱਚ ਕਲੀਅਰ ਕੱਟ ਇਹ ਗੱਲ ਹੈ ਕਿ ਜਿਹੜੇ 5 ਮਰਲੇ ਦੇ ਪਲਾਟ ਨੇ ਉਹ ਕੋਈ ਇੱਕ ਵਾਰ ਨਹੀਂ ਦੇਣੇ, ਇਹ ਕੰਟੀਨਿਊ ਪਾਲਿਸੀ ਹੈ। ਮੰਨ ਲਓ ਕਿਉਂਕਿ ਨਵੇਂ ਬੰਦੇ, ਆਬਾਦੀ ਨਵੀਂ ਬਣਦੀ ਰਹਿੰਦੀ ਹੈ, ਨਵੇਂ ਬੰਦੇ, 2 ਭਰਾ ਹੋ ਗਏ, ਗਰੀਬ ਬੰਦੇ ਅੱਡ ਹੋ ਗਏ, ਉਹਨਾਂ ਕੋਲ ਰਹਿਣ ਜੋਗਾ ਇੱਕ ਕਮਰਾ ਹੈ ਤੇ ਬਾਅਦ 'ਚ 2 ਦੀ ਲੋੜ ਪੈਂਦੀ ਹੈ। ਇਹ ਸਾਰੀਆਂ ਚੀਜ਼ਾਂ ਜ਼ਰੂਰਤਾਂ ਨੇ। ਇਹ ਅਸੈਸ ਕਿਹਨੇ ਕਰਨੀਆਂ ਨੇ, ਇਹਦਾ ਅੰਦਾਜ਼ਾ ਕਿਹਨੇ ਲਾਉਣਾ? ਇਹਦਾ ਅੰਦਾਜ਼ਾ ਪਿੰਡ ਦੀ ਗ੍ਰਾਮ ਸਭਾ ਨੇ ਲਾਉਣਾ, ਔਰ ਗ੍ਰਾਮ ਸਭਾ ਦੇ ਵਿੱਚ ਹੀ ਤੁਸੀਂ ਅਰਜੀ ਦੇਣੀ ਹੈ। ਗ੍ਰਾਮ ਸਭਾ ਨੇ ਵੈਰੀਫਾਈ ਕਰਨਾ ਹੈ, ਗ੍ਰਾਮ ਸਭਾ ਨੇ ਵੈਰੀਫਾਈ ਕਰਕੇ ਵੀਡੀਓ ਵਗੈਰਾ ਤੱਕ ਭੇਜਣਾ ਵੀ ਆਹ ਸਾਡੀ ਸਿਫਾਰਿਸ਼ ਹੈ ਤੇ ਇਹਦੇ ਮੁਤਾਬਕ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ। ਕਦੇ ਜਦੋਂ ਗ੍ਰਾਮ ਸਭਾ ਹੀ ਨਹੀਂ ਹੁੰਦੀ ਪਿੰਡ ਦੀ, ਗ੍ਰਾਮ ਸਭਾ ਬੁਲਾਈ ਹੋ ਨਹੀਂ ਜਾਂਦੀ, ਉਹਦੇ 'ਚ ਅਰਜੀ ਦਿਖਾਈ ਹੋ ਨਹੀਂ ਜਾਂਦੀ, ਤਾਂ ਤੁਸੀਂ ਕੇਵਲ ਸਰਪੰਚ ਤੇ ਜਿਹੜਾ ਵੀਡੀਓ ਤੇ ਪੰਚਾਇਤ ਸੈਕਟਰੀ ਜਾਂ ਹਲਕਾ ਇੰਚਾਰਜ MLA ਇਹ ਮਿਲ ਕੇ ਸਾਰਾ ਕੁਝ ਗੇਮ ਖੇਡਦੇ ਨੇ। ਇਹਦੇ 'ਚ ਫਿਰ ਜੇ ਜਾਂਚ ਹੋਏਗੀ ਤਾਂ ਫਸੂਗਾ ਤਾਂ ਕੱਲਾ ਸਰਪੰਚ ਹੀ ਨਾ। ਜਾਂਚ ਹੁੰਦੀ ਹੈ, ਕਈ ਜਗ੍ਹਾ ਹੋਈ ਹੈ, ਸਰਪੰਚ ਸਸਪੈਂਡ ਹੋਏ ਨੇ, ਤੇ ਕੀ ਉਹਦੇ 'ਚ ਸੰਬੰਧਿਤ ਪਾਰਟੀ ਦੇ MLA ਦਾ, BDO ਦਾ, ਸੈਕਟਰੀ ਦਾ, ਉਹਦਾ ਕੋਈ ਯੋਗਦਾਨ ਨਹੀਂ ਹੈ। ਔਰ ਬਹੁਤੀ ਵਾਰ ਉਹ ਤਾਂ ਰਹਿੰਦੇ ਨੇ ਬੰਦੇ। ਰੌਲਾ ਕੇਵਲ ਇਹ ਹੈ ਕਿ ਜੇ ਨਵੀਂ ਸਰਕਾਰ ਜਿਹੜੀ ਇਹ ਸਾਰੀਆਂ ਚੀਜ਼ਾਂ ਕਰੇ ਕਿ ਗ੍ਰਾਮ ਸਭਾਵਾਂ ਬੁਲਾਵੇ, ਗ੍ਰਾਮ ਸਭਾਵਾਂ ਡਿਸਾਈਡ ਕਰਨ ਕਿ ਠੀਕ ਬੰਦੇ ਨੂੰ ਮਿਲਿਆ ਜਾਂ ਨਹੀਂ ਮਿਲਿਆ। ਜੇ ਠੀਕ ਬੰਦੇ ਨੂੰ ਨਹੀਂ ਮਿਲਿਆ ਉਹ ਤੋਂ ਛੁਡਾ ਲਿਆ ਜਾਣਾ ਚਾਹੀਦਾ, ਤੇ ਜਿਹੜੇ ਬੰਦੇ ਨੂੰ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਦੇਣਾ ਚਾਹੀਦਾ। ਔਰ ਬਹੁਤੇ ਵਿਚਾਰੇ ਜਿਹੜੇ ਲੋੜਵੰਦ ਹੁੰਦੇ ਨੇ, ਉਹਦੀ ਤਾਂ ਕੋਈ ਅਰਜ਼ੀ ਉਹ ਨਹੀਂ ਲਿਖਦਾ ਕਿ ਮੈਨੂੰ ਵੀ ਲੋੜ ਹੈ, ਜਾਂ ਉਹਦੀ ਕਿਤੇ ਸੁਣਵਾਈ ਉਹ ਨਹੀਂ ਹੁੰਦੀ। ਉਹਦੀ ਸੁਣਵਾਈ ਤਾਂ ਉਹ ਜਿਹੜੇ ਸੰਗਤ 'ਚ ਹੋ ਸਕਦੀ ਹੈ, ਗ੍ਰਾਮ ਸਭਾ ਦੇ ਇਕੱਠ 'ਚ ਹੋ ਸਕਦੀ। ਔਰ ਇਹ ਮੇਰੇ ਪਿੰਡ ਦੀ ਇੱਕ ਖਾਸ ਮਿਸਾਲ ਹੈ। ਮੈਂ ਆਪ ਤੁਹਾਨੂੰ ਦੱਸਦਾ ਕਿ 5 ਮਰਲੇ ਦੇ ਪਲਾਟਾਂ ਬਾਰੇ ਸਰਕਾਰੀ MLA ਉਦੋਂ ਦਾ ਕਹਿੰਦਾ ਸੀ, ਉਦੋਂ ਅਕਾਲੀ ਸਰਕਾਰ ਸੀ ਜਦ ਦੀ ਇਹ ਗੱਲ ਹੈ, 7-8 ਸਾਲ ਹੋ ਗਏ, ਤੇ ਸਰਕਾਰੀ MLA ਉਸ ਸਮੇਂ ਦਾ MLA ਜਾਂ ਹਲਕਾ ਇੰਚਾਰਜ ਸੀ, MLA ਵੀ ਨਹੀਂ ਸੀਗਾ ਬਣਿਆ ਹੋਇਆ, ਉਹ ਕਹਿੰਦਾ ਸੀ ਸਾਡੇ ਪੁੱਛੇ ਬਿਨਾਂ ਨਹੀਂ ਮਿਲਦਾ। ਪਿੰਡ ਦੇ ਲੋਕਾਂ ਨੇ, ਸਰਪੰਚ ਵੀ ਨਹੀਂ ਸੀ, ਉਹ ਸਰਪੰਚ ਨੂੰ ਗ੍ਰਾਮ ਸਭਾ ਨਹੀਂ ਸੀ ਕਰਨ ਦਿੰਦੇ, ਕਿਉਂਕਿ ਸਰਪੰਚ ਨੂੰ ਕਹਿੰਦੇ ਤੂੰ ਕਿੱਧਰ ਹੈ, ਸਰਪੰਚ ਤਾਂ ਦੱਬਿਆ ਹੋਇਆ ਬੰਦਾ ਸੀ। ਤਾਂ 20% ਲੋਕਾਂ ਨੇ ਆਪਦਾ ਹੱਕ ਇਸਤੇਮਾਲ ਕੀਤਾ, ਗ੍ਰਾਮ ਸਭਾ ਬਣਵਾਈ। ਪਹਿਲੀ ਗ੍ਰਾਮ ਸਭਾ 'ਚ ਅਰਜ਼ੀਆਂ ਮੰਗੀਆਂ ਕਿ ਭਾਈ ਜਿਹਦੇ ਕੋਲ ਥਾਂ ਨਹੀਂ ਹੈ ਅਰਜ਼ੀਆਂ ਦਿਓ, ਅਸੀਂ ਅਰਜ਼ੀਆਂ ਦੀ ਪਛਾਣ ਕਰਾਂਗੇ। ਤੇ ਪਹਿਲੀ 'ਚ ਆ ਗਈਆਂ ਅਰਜ਼ੀਆਂ ਆ ਗਈਆਂ 270 ਦੇ ਕਰੀਬ। ਫਿਰ ਅਗਲੀ ਗ੍ਰਾਮ ਸਭਾ ਅਗਲੇ 15 ਦਿਨ ਬਾਅਦ, ਮਹੀਨੇ ਬਾਅਦ ਬੁਲਾਈ, ਉਹਦੇ 'ਚ ਸਕਰੀਨਿੰਗ ਕੀਤੀ, ਉਹਦੇ 'ਚੋਂ ਕੇਵਲ 118 ਅਰਜ਼ੀਆਂ ਗ੍ਰਾਮ ਸਭਾ ਨੇ ਅਪਰੂਵ ਕੀਤੀਆਂ ਕਿ ਬਾਕੀ ਗਲਤ ਹੈ, ਤੁਹਾਡੇ ਕੋਲ ਥਾਂ ਹੈਗਾ, ਤੁਹਾਡੇ ਕੋਲ ਰਹਿਣ ਜੋਗੀ ਜਗ੍ਹਾ, ਤੁਸੀਂ ਇਸ ਕੈਟਾਗਰੀ 'ਚ ਆਉਂਦੇ ਨਹੀਂ ਹੋ। ਤੇ ਉਹ 118 ਮਨਜ਼ੂਰ ਕਰਕੇ ਬਲਾਕ ਨੂੰ ਭੇਜੀਆਂ। ਸਰਕਾਰਾਂ ਨੇ ਵਿਰੋਧ ਕੀਤਾ ਇਸ ਗੱਲ ਦਾ, ਪਰ ਪਿੰਡ ਵਾਲੇ ਇਹ ਕਹਿੰਦੇ ਰਹੇ ਵੀ ਜਾਂ ਇਹਨੂੰ ਰੱਦ ਕਰ ਦੇ ਜਾਂ ਇਹਨੂੰ ਮਨਜ਼ੂਰ ਕਰ ਲੈ। ਗ੍ਰਾਮ ਸਭਾ ਦੀ ਪਾਈ ਉਸ ਅਪਰੋਚ ਨੂੰ, ਉਸ ਮਤੇ ਨੂੰ
ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਜੇ ਜਾਇਜ਼ ਹੈ। ਜੇ ਤਾਂ ਕਾਨੂੰਨ ਦੇ ਖਿਲਾਫ ਹੈ ਕੋਈ ਗੱਲ ਤਾਂ ਉਹ ਅਲੱਗ ਗੱਲ ਹੁੰਦੀ ਹੈ, ਪਰ ਜਦੋਂ ਵਾਜਬ ਆਪਦਾ ਹੱਕ ਇਸਤੇਮਾਲ ਕਰਦੀ ਹੈ, ਵੀਡੀਓ ਨੂੰ ਵੀ ਕਰਨਾ ਪਿਆ, ਡੀਡੀਪੀਓ ਲੈਵਲ ਤੇ ਏਡੀਸੀ ਲੈਵਲ ਤੇ ਕਰਨਾ ਪਿਆ, ਉੱਥੇ ਕਿੰਨੇ ਹੀ ਮਕਾਨ ਬਣੇ ਕੋਈ ਦੇਖ ਸਕਦਾ ਜਾ ਕੇ, 18 ਫੁੱਟੀਆਂ ਗਲੀਆਂ ਨੇ। ਇਹ ਗ੍ਰਾਮ ਸਭਾ ਦੀ ਤਾਕਤ ਹੈ। ਇੱਕ ਤਾਂ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਕਿ ਅਸੀਂ ਆਪਣੇ ਪਲਾਟ ਨੇ, ਸਾਡੇ ਹੀ ਪਿੰਡ ਹੈ, ਸਾਡੀ ਜ਼ਮੀਨ ਹੈ, ਅਸੀਂ ਕਿਸੇ ਤੇ ਕਿਉਂ ਨਿਰਭਰ ਹੋਈਏ। ਪਹਿਲਾਂ ਤਾਂ ਉਹ ਜਾਗਰੂਕਤਾ ਦਾ ਸਵਾਲ। ਦੂਜੀ ਗੱਲ, ਜੇ ਸਰਕਾਰ ਸੱਚੀ ਉਹ ਚਾਹੁੰਦੀ ਹੈ ਕਿ ਉਹਨਾਂ ਨੇ ਉਵੇਂ ਹੀ ਡੈਮੋਕ੍ਰੇਸੀ 'ਚ ਕੰਮ ਕਰਨਾ ਜਿਵੇਂ ਪਾਲਿਸੀ ਬਣੀ ਹੈ, ਤਾਂ ਸਰਕਾਰ ਨੂੰ ਇਸ ਪਾਸੇ ਵੱਲ ਲੋਕਾਂ ਨੂੰ ਜਾਗਰੂਕ ਕਰਨਾ ਵੀ ਚਾਹੀਦਾ ਤੇ ਉਸੇ ਤਰੀਕੇ ਦੇ ਨਾਲ ਉਹਦੀ ਸਮੀਖਿਆ ਕਰਨੀ ਚਾਹੀਦੀ ਹੈ। ਤੇ ਜੇ ਉਹ ਨਹੀਂ ਕਰਦੇ, ਫਿਰ ਤੁਸੀਂ ਵੀ ਇਹੀ ਕਹੋਗੇ ਕਿ ਆਪਾਂ ਆਪਣੇ ਵਾਲੇ ਨੂੰ ਦੇ ਲੈਂਦੇ ਆ, ਇਹਦੇ ਤੋਂ ਹਟਾ ਲੈਂਦੇ ਆ ਦੂਜਾ ਆਪਣੇ। ਤਰੀਕਾ ਤਾਂ ਕੋਈ ਕਰਨਾ ਪੈਂਦਾ ਨਾ ਪੈਦਾ। ਇਹਦਾ ਖੂਬਸੂਰਤ ਤਰੀਕਾ ਇਹ ਹੈ ਕਿ ਪਿੰਡ ਦੀ ਹਰ ਸਕੀਮ ਦਾ ਲਾਭਪਾਤਰੀ ਗ੍ਰਾਮ ਸਭਾ ਨੇ ਉਹਦੀ ਨਿਸ਼ਾਨਦੇਹੀ ਕਰਨੀ। ਇਸ ਲਈ ਗ੍ਰਾਮ ਸਭਾ ਨੂੰ ਸਰਗਰਮ ਕਰਕੇ ਉਹਦੇ ਚੋਂ ਮੁੱਦੇ ਲਿਆਓ, ਉਹਦੇ ਚ ਉਹਦੀ ਪਛਾਣ ਕਰਨੀ ਸ਼ੁਰੂ ਕਰ ਦਿਓ, ਤਾਂ ਇਹ ਫਰਾਡ ਬੰਦ ਹੋ ਜਾਣਗੇ ਜਿਹੜੇ ਫਰਾਡ ਹੋ ਰਹੇ ਨੇ ਸਾਡੇ ਸਾਹਮਣੇ। ਜੇ ਪੋਲੀਟੀਕਲ ਸਕੋਰ ਸੈੱਟ ਕਰਨੇ ਨੇ ਕਿ ਮੈਂ ਇਮਾਨਦਾਰ ਆ, ਦੂਜਾ ਬੇਈਮਾਨ ਹੈ, ਫਿਰ ਨਹੀਂ। ਇੱਕ ਸਿਸਟਮ ਪਲੇਸ ਹੈ, ਤੁਸੀਂ ਆਓ ਨਾ ਆਓ, ਤੁਸੀਂ ਰਹੋ ਨਾ ਰਹੋ, ਕੋਈ ਹੋਰ ਆਊਗਾ ਉਹ ਆਵੇ ਚਾਹੇ। ਜਦ ਇੱਕ ਤਰੀਕਾ ਬਣ ਜਾਊਗਾ ਤਾਂ ਉਸ ਤਰੀਕੇ ਦੇ ਨਾਲ ਗੱਲ ਉਹੀ ਹੈ ਜਿਵੇਂ ਆਪਣੇ ਧਾਰਮਿਕ ਸਥਾਨਾਂ 'ਚ ਹੈ, ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕਦਾ, ਕੋਈ ਕੁਰਸੀਆਂ ਥੋੜੀ ਮੰਗਦਾ, ਉਹਨੂੰ ਪਤਾ ਵੀ ਤਰੀਕਾ ਇਹੀ ਹੈ, ਇੱਥੇ ਬੈਠਣਾ ਪਏਗਾ। ਉਹਨੂੰ ਪਤਾ ਵੀ ਚੀਜ਼ਾਂ ਇਹੀ ਨੇ। ਇੱਕ ਇੰਸਟੀਟਿਊਸ਼ਨ ਜੋ ਹੁੰਦੀਆਂ ਨੇ, ਉਹ ਸੰਸਥਾਵਾਂ ਤੁਸੀਂ ਸਰਗਰਮ ਕਰ ਦਿੰਦੇ ਹੋ, ਬਿਲਡ ਕਰ ਦਿੰਦੇ ਹੋ, ਉਹ ਕੰਮ ਕਰਨ ਲਾ ਦਿੰਦੇ ਹੋ। ਫਿਰ ਚਾਹੁੰਦੇ ਹੋਏ ਵੀ ਬੰਦੇ ਉਹਦੇ 'ਚ ਨੁਕਸਾਨ ਨਹੀਂ ਕਰ ਸਕਦੇ, ਚਾਹੁੰਦੇ ਹੋਏ ਵੀ ਬੇਈਮਾਨੀ ਨਹੀਂ ਕਰ ਸਕਦੇ। ਇਸ ਕਰਕੇ ਜੇ 5 ਮਰਲੇ ਦੇ ਪਲਾਟਾਂ ਦੀ ਗੱਲ ਕਰਨੀ ਹੈ ਤਾਂ ਉਹਨੂੰ ਉਸ ਪਾਸੇ ਇਸ ਤਰੀਕੇ ਨਾਲ ਦੁਰਸਤ ਕੀਤਾ ਜਾ ਸਕਦਾ ਹੈ। ਬਾਕੀ ਕਿਹਨੂੰ ਸਜ਼ਾ ਦੇਣੀ ਹੈ ਨਾ ਦੇਣੀ ਹੈ, ਮੈਨੂੰ ਲੱਗਦਾ ਉਹ ਮਾਈਨਰ ਕੰਮ ਹੈ। ਵੱਡੇ ਵੱਡੇ ਘਪਲੇ ਬਥੇਰੇ ਪਹਿਲਾਂ ਵੀ ਕਰ ਗਏ ਤੇ ਹੁਣ ਵੀ ਹੋਈ ਜਾਣਗੇ। ਗੱਲ ਅਗਲੀਆਂ ਚੋਰ ਮੋਰੀਆਂ ਕਿਵੇਂ ਪਲੱਗ ਕਰਨੀਆਂ ਨੇ, ਕਿਵੇਂ ਰੋਕਣੀਆਂ ਨੇ, ਉਹ ਤੇ ਜ਼ਿਆਦਾ ਜ਼ੋਰ ਚਾਹੀਦਾ। ਬਾਕੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਤਾਂ ਵੀ ਇੱਕ ਲੋਕਾਂ ਨੂੰ ਸਿੱਖਿਆ ਮਿਲਦੀ ਹੈ ਕਿ ਹਾਂ ਵੀ ਅੱਗੇ ਨੂੰ ਗਲਤ ਕੰਮ ਨਹੀਂ ਕਰਨਾ। ਪਰ ਮੈਨੂੰ ਲੱਗਦਾ ਜੇ ਇਹ ਤਰੀਕਾ ਆਊਗਾ ਤਾਂ ਸਾਰੇ ਹੀ ਫੜੇ ਜਾਣੇ ਨੇ, ਬਹੁਤ ਇੱਕਾ ਦੁੱਕਾ ਬਚੂਗਾ, ਚਾਹੇ ਕਿਸੇ ਦਾ ਸਰਪੰਚ ਸੀ ਕਿਸੇ ਦਾ ਪੰਚ ਸੀ, ਕਿਉਂਕਿ ਸਾਰੇ ਕਿਤੇ ਹੀ ਰਵਾਇਤ ਇੱਕੋ ਹੀ ਪਈ ਹੋਈ ਹੈ, ਕੋਈ ਉਹਦਾ ਫਰਕ ਹੀ ਨਹੀਂ ਹੈ। ਔਰ ਕਈ ਪਿੰਡਾਂ ਦੇ ਸਰਪੰਚ ਪੰਚ ਭਜਦੇ ਫਿਰੇ ਰਹੇ ਨੇ ਜਿਨ੍ਹਾਂ ਨੇ ਗਲਤ ਕਿਸਮ ਦੀਆਂ ਚੀਜ਼ਾਂ ਆਪਣੇ ਆਪ ਕੀਤੀਆਂ ਨੇ। ਔਰ ਇਹ ਤੋਂ ਪਹਿਲਾਂ ਪੰਚਾਇਤਾਂ ਵੀ ਐਂ ਕਰਦੀਆਂ, ਜਦੋਂ ਵੋਟਾਂ ਦੇ ਨੇੜੇ ਆਉਂਦਾ ਤਾਂ ਸਰਪੰਚ ਕੀ ਕਰਦਾ ਵੀ ਦੁਬਾਰੇ ਜਿੱਤਣ ਵਾਸਤੇ ਕਹਿੰਦਾ ਕਰ ਲਓ, ਕੋਈ ਨਹੀਂ, ਇੰਨਾ ਕੁ ਤੁਸੀਂ ਰੋਕ ਲਓ, ਇੰਨਾ ਕੁ ਤੁਸੀਂ ਰੋਕ ਲਓ। ਇਹ ਚੀਜ਼ਾਂ ਵੀ ਹੁੰਦੀਆਂ। ਇਹ ਇੱਕ ਆਮ ਰਿਵਾਜ ਹੈ। ਵੋਟਾਂ ਵੇਲੇ ਕੱਲਾ ਐਮਐਲਏ ਕੱਲਾ ਐਮਪੀ ਥੋੜੀ ਉਹ ਕਰਦਾ, ਸਰਪੰਚ ਨੂੰ ਵੀ ਉਨੇ ਹੀ ਪੈਸੇ ਵੀ ਖਰਚ ਕਰਦੇ ਨੇ, ਉਹ ਵੀ ਇੰਨੀਆਂ ਮਹਿੰਗੀਆਂ ਚੋਣਾਂ ਨੇ। ਜੇ ਉਹ ਚੋਣਾਂ ਵੀ ਉਨੀਆਂ ਮਹਿੰਗੀਆਂ ਨੇ ਤਾਂ ਉਹਦੇ ਚ ਵੀ ਇਹ ਚੀਜ਼ਾਂ ਸਾਰੀਆਂ ਦਾ ਖੇਡ ਹੋਊਗਾ ਜਿਹੜੀਆਂ ਤਾਂ ਬਾਕੀ ਜਗ੍ਹਾ ਹੁੰਦਾ। ਔਰ ਇਹਦੇ ਚ ਨਾਲ ਕੇਵਲ ਦਲਤਾਂ ਦਾ ਨਹੀਂ, 5 ਮਰਲੇ ਦਾ ਜਿਹੜੀ ਪਾਲਿਸੀ ਹੈ ਉਹ ਸਾਰੇ ਗਰੀਬਾਂ ਲਈ, ਕਾਸਟ ਕੋਈ ਵੀ ਹੋਵੇ, ਜੇ ਪਿੰਡ ਚ ਉਹਦੇ ਕੋਲ ਜ਼ਮੀਨ ਨਹੀਂ ਹੈ, ਉਹਦੇ ਕੋਲ ਪਰਿਵਾਰ ਕੋਲ ਰਹਿਣ ਜੋਗਾ ਘਰ ਨਹੀਂ ਹੈ, ਤਾਂ ਇਦੋਂ ਬਿਨਾ ਮੈਨੂੰ ਲੱਗਦਾ ਇੱਕ ਗੱਲ ਹੋਰ ਕਰ ਦੇਣੀ ਚਾਹੀਦੀ ਹੈ। ਸਗੋਂ ਜੇ ਸਰਕਾਰ ਕਰਨਾ ਚਾਹੁੰਦੀ ਹੈ ਔਰ ਚੰਗਾ ਕਰਨਾ ਚਾਹੁੰਦੀ ਹੈ ਤਾਂ ਉਹ ਇੱਕੋ ਹੀ ਗੱਲ ਹੈ। ਉਹ ਗੱਲ ਇਹ ਹੈ ਵੀ ਤੁਸੀਂ ਜਿਨ੍ਹਾਂ ਨੂੰ 5-5 ਮਰਲੇ ਦੇ ਵਾਜਬ ਸਮਝਦੇ ਹੋ ਕਿ ਇਹਨਾਂ ਨੂੰ ਮਿਲ ਗਏ ਪਲਾਟ, ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ 1.5 ਲੱਖ ਤੁਰੰਤ ਦੇ ਦਿਓ। ਕਿਉਂਕਿ ਜੇ ਉਹਦੇ ਕੋਲ ਜਗ੍ਹਾ ਨਹੀਂ ਹੈ, ਜਗ੍ਹਾ ਖਰੀਦਣ ਨੂੰ ਪੈਸਾ ਨਹੀਂ, ਤਾਂ ਹੀ ਪਾਲਿਸੀ ਬਣੀ ਹੈ, ਤਾਂ ਹੀ ਦੇ ਰਹੇ ਹੋ, ਤਾਂ ਉਹਦੇ ਕੋਲ ਘਰ ਪਾਉਣ ਨੂੰ ਪੈਸਾ ਕਿੱਥੋਂ ਆ ਜਾਏ। ਤਾਂ ਉਹ ਸਕੀਮ ਵੀ ਨਾਲ ਜੋੜ ਦੋ। ਜਿੱਦਣ ਤੁਸੀਂ ਪਲਾਟ ਦਿੱਤਾ ਉਸੇ ਦਿਨ ਉਹਦੀ ਸੈਂਕਸ਼ਨ ਉਹਦੇ ਚੋਂ ਵੀ ਆ ਜਾਏ, ਤਾਂ ਕਿ ਉਹ ਇੱਕ ਕੋਠਾ ਪਾ ਕੇ ਬੈਠਣ ਜੋਗਾ ਹੋ ਜਾਏ ਕਿਸੇ ਨਾ ਕਿਸੇ ਰੂਪ ਚ। ਜੇ ਸੱਚੀ ਉਹ ਲੋਕਾਂ ਦੀ ਮਦਦ ਕਰਨੀ ਹੈ ਤਾਂ ਉਹਦਾ ਇਹ ਤਰੀਕਾ ਇੱਕ ਕਲੱਬ ਕਰ ਦੇਣੀਆਂ ਚਾਹੀਦੀਆਂ ਨੇ ਦੋਨੋਂ ਯੋਜਨਾਵਾਂ। ਪਹਿਲ ਦੇ ਆਧਾਰ ਤੇ ਜਿਹਦੇ ਕੋਲ 5 ਮਰਲੇ ਦੇ ਪਲਾਟ ਤਾਜ਼ੇ ਦਿੱਤੇ ਨੇ ਉਹਨਾਂ ਨੂੰ ਤੁਸੀਂ ਦੇ ਦਿਓ 1.5 ਲੱਖ ਰੁਪਈਆ, ਤਾਂ ਕਿ ਉਹ ਆਪਣਾ ਰਹਿਣ ਜੋਗਾ ਕੋਈ ਵਸੇਬਾ ਕਰ ਸਕੇ। ਜੀ, ਪਰ ਇੱਥੇ ਤਾਂ ਅਮੀਰ ਸਿੰਘ ਜੀ ਤੁਸੀਂ ਦੇਖਿਆ ਕਿ ਸਿਆਸੀ ਤੇ ਤਾਕਤਵਰ ਲੋਕ ਜਿਹੜੇ ਨੇ ਉਹ ਨਾ ਤਾਂ ਸੱਤਾ ਛੱਡਣ ਨੂੰ ਤਿਆਰ ਹੁੰਦੇ ਨੇ, ਨਾ ਹੀ ਆਪਣਾ ਕਬਜ਼ਾ ਜਿੱਥੇ ਜਿੱਥੇ ਬੈਠੇ, ਜਿਵੇਂ ਹੁਣ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਨੂੰ ਲੈ ਕੇ ਗੱਲ ਆ ਰਹੀ ਹੈ, ਜਾਂ ਕਿਸੇ ਨੇ ਗੱਡੀ ਦੱਬੀ ਹੈ, ਕਿਸੇ ਮੰਤਰੀ ਦੇ ਕੋਲ ਗੱਡੀ ਪਈ ਹੈ ਉਹ ਵਾਪਸ ਨਹੀਂ ਕਰ ਰਿਹਾ, ਜਾਂ ਹੋਰ ਕਬਜ਼ੇ ਜ਼ਮੀਨਾਂ ਛਡਾਉਣ ਦੇ, ਪੰਚਾਇਤੀ ਜ਼ਮੀਨਾਂ ਛਡਾਉਣ ਦੇ। ਮਾਨ ਸਾਹਿਬ ਦੀ ਇੱਕ ਵੀਡੀਓ ਕਹਿੰਦੇ ਵਾਇਰਲ ਹੋ ਰਹੀ ਹੈ ਜਿਸ 'ਚ ਕਹਿ ਰਹੇ ਨੇ ਕਿ ਫਿਰ ਏਦਾਂ ਹੀ ਸਰਕਾਰ ਦਾ ਬੁਲਡੋਜ਼ਰ ਚੱਲੇਗਾ ਜੇ ਇਹਨਾਂ ਨੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਚਾਹੀਦਾ ਇਹ ਨਹੀਂ ਕਿ ਹੁਣ ਇਹਨਾਂ ਨੂੰ ਕੋਈ ਕਾਨੂੰਨ ਬਣਾ ਦੇਣਾ ਚਾਹੀਦਾ ਹੈ ਕਿ ਉਸ ਕਾਨੂੰਨ ਨੂੰ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਪਾਸ ਕਰ ਦੇਣ, ਮਤਾ ਕਾਨੂੰਨ ਬਣਾ ਕੇ ਸਾਰਿਆਂ ਦੇ ਸਾਹਮਣੇ ਰੱਖ ਦੇਣ ਕਿ ਅੱਗੇ ਤੋਂ ਕੋਈ ਏਦਾਂ ਨਹੀਂ ਕਰੇਗਾ, ਜਿਵੇਂ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਗੱਲ ਹੋਈ ਹੈ। ਨਹੀਂ, ਬਿਲਕੁਲ ਆ ਸਰਕਾਰੀ ਘਰਾਂ ਬਾਰੇ ਤਾਂ ਕਾਨੂੰਨ ਆਲਰੇਡੀ ਬਣਿਆ ਹੋਇਆ ਕਿ ਕਿੰਨੇ ਮਹੀਨੇ ਚ ਛੱਡਣਾ, ਕਿੰਨੇ ਚ ਨਹੀਂ ਛੱਡੋਗੇ ਤੁਹਾਡੇ ਤੇ ਮਲਟੀਪਲਾਈ ਬਿੱਲ ਪੈਸਾ ਪੈਂਦਾ ਹੈ। ਪਰ ਉਹ ਪੈਸੇ ਵਸੂਲੇ ਨਹੀਂ ਜਾ ਰਹੇ, ਉਹ ਪੈਸੇ ਛੱਡ ਦਿੰਦੇ ਨੇ ਬਾਅਦ ਦੇ ਵਿੱਚ ਜਾ ਕੇ, ਸਰਕਾਰਾਂ ਹੀ ਛੱਡਦੀਆਂ ਨੇ ਚੀਫ ਮਿਨਿਸਟਰਾਂ ਦੇ ਲੈਵਲ ਤੇ ਜਾ ਕੇ
ਮਤਲਬ ਨਹੀਂ ਤਾਂ ਉੱਡਾ ਹਰਜਾਨਾ ਪਵੇ, ਉਹਨੂੰ ਪ੍ਰਾਈਵੇਟ ਆਪਦੇ ਘਰ ਨਾਲੋਂ ਮਹਿੰਗਾ ਪੈ ਜਾਊਗਾ ਸਰਕਾਰੀ ਘਰ। ਆਲਰੇਡੀ ਰੂਲਸ ਬਣੇ ਹੋਏ ਨੇ ਇਸ ਸਰਕਾਰੀ, ਜਿਹੜੇ ਜਿਹੜੇ ਤਾਕਤਵਰ ਬੰਦੇ ਦੱਬ ਰਹੇ ਨੇ ਘਰ ਜਾਂ ਗੱਡੀਆਂ, ਉਹਨਾਂ ਲਈ ਤਾਂ ਰੂਲ ਹੈਗੇ ਨੇ, ਉਹਨਾਂ ਖਿਲਾਫ ਜਾਇਆ ਜਾ ਸਕਦਾ। ਔਰ ਪਹਿਲਾਂ ਵੀ ਰਜਿੰਦਰ ਕੌਰ ਭੱਠੜ ਦਾ 80 ਲੱਖ ਮਾਫ ਕਰਨ ਦਾ ਵੀ ਇੱਕ ਕੇਸ ਬਾਰ-ਬਾਰ ਚੱਲਿਆ ਸੀ ਕਿ ਪਿਛਲੇ ਸਮੇਂ ਦੇ ਵਿੱਚ ਗਵਰਨਮੈਂਟਾਂ ਨੇ ਇਹ ਕੀਤਾ ਜਾਂ ਬਾਕੀ ਨੇ ਕੀਤਾ। ਪਰ ਉਹ ਹੋਰ ਵੀ ਬਹੁਤ ਚਰਚਾ ਨੇ, ਇਕੱਲਾ ਇੱਥੇ ਦਾ ਸਵਾਲ ਨਹੀਂ, ਐਮਪੀ ਦੱਬੀ ਬੈਠੇ ਨੇ ਉੱਥੇ, ਮੰਤਰੀ ਪੁਰਾਣੇ ਦਿੱਲੀ 'ਚ ਨਹੀਂ ਛੱਡ ਰਹੇ, ਇੱਥੇ ਨਹੀਂ ਛੱਡ ਰਹੇ। ਬਿਲਕੁਲ ਉਹਦਾ ਇੱਕ ਟਾਈਮ ਸਪੈਨ ਹੋਣਾ ਚਾਹੀਦਾ, ਜੇ ਨਹੀਂ ਤਾਂ ਆਪਣੇ ਆਪ ਐਕਸ਼ਨ ਹੋ ਜੇ ਕੋਰਟ ਜਾਂ ਗਏ ਤੋਂ ਵੀ, ਜੇ ਅਪਰੂਵਲ ਤੋਂ ਬਿਨਾਂ ਹਮੇਸ਼ਾ ਹੀ ਹੁੰਦਾ ਕਿ 2-3 ਮਹੀਨਿਆਂ ਦੇ ਅੰਦਰ ਅੰਦਰ ਇਹਨਾਂ ਨੇ ਛੱਡਣਾ ਹੁੰਦਾ। ਤੇ ਇਹ ਕੋਈ ਇਹੋ ਜਿਹੇ ਬੰਦੇ ਵੀ ਨਹੀਂ ਜਿਹੜੇ ਦੱਬਦੇ ਨੇ ਕਿ ਇਹਨਾਂ ਕੋਲ ਹੋਰ ਜਗ੍ਹਾ ਨਹੀਂ ਹੈ ਰਹਿਣ ਨੂੰ, ਇਹੋ ਜਿਹੇ ਵੀ ਬੰਦੇ ਨਹੀਂ, ਕਿਉਂਕਿ ਉਹਨਾਂ ਕੋਲ ਇੰਨਾ ਪੈਸਾ, ਇੰਨਾ ਪੈਰਾਫਰੇਲੀਆ ਆਲਰੇਡੀ ਹੈ, ਸਾਰਾ ਕੁਝ ਹੈ। ਇਹ ਤਾਂ ਤਾਕਤ ਦਾ ਮੁਜ਼ਾਹਰਾ ਹੈ ਇੱਕ ਟਾਈਪ ਦਾ, ਦਿਖਾਉਣ ਦੇ ਲਈ ਕਿ ਕਰ ਲਓ ਜੇ ਜੋ ਕੁਝ ਕਰਨਾ। ਇੱਕ ਹੈਗਾ ਉਹ ਗਰੀਬ ਬੰਦਿਆਂ ਦਾ ਕੰਮ, ਜਿਹਦੇ ਕੋਲ ਸ਼ਾਇਦ ਜਿਨ੍ਹਾਂ ਨੇ ਉੱਥੇ 5 ਮਰਲੇ ਵੀ ਲਿਆ, ਉਹ ਐਡਾ ਤਾਕਤਵਰ ਨਹੀਂ ਕੋਈ ਹੋਊਗਾ, ਜਿਹਨੂੰ ਜਾਲੀ ਵੀ ਦੇਤਾ ਉਹ ਵੀ ਮਾੜਾ ਮੋਟਾ ਦੂਜੇ ਨਾਲੋਂ ਫਰਕ ਹੋਊਗਾ ਮੇਰੇ ਖਿਆਲ। ਮਤਲਬ ਬਹੁਤਾ ਫਰਕ ਨਹੀਂ। ਉੱਥੇ ਬਲਡੋਜ਼ਰ ਚਲਾਉਣ ਦੀ ਬਜਾਏ ਬਲਡੋਜ਼ਰ ਇੱਥੇ ਸਰਕਾਰੀ ਕੋਠੀਆਂ ਦੇ ਤਾਂ ਬਲਡੋਜ਼ਰ ਵੀ ਨਹੀਂ ਚੱਲਣਾ, ਸਰਕਾਰ ਆਪਦੀਆਂ ਕੋਠੀਆਂ ਆਪ ਹੀ ਢਾਹ ਲਊਗੀ। ਇਹ ਵੀ ਕੋਈ ਤਰੀਕਾ ਨਹੀਂ। ਗੱਲ ਤਾਂ ਬੰਦੇ ਨੂੰ ਬਾਹਰ ਕੱਢਣ ਦੀ ਆ, ਬਲਡੋਜ਼ਰ ਦਾ ਥੋੜੀ। ਬਲਡੋਜ਼ਰ ਕਲਚਰ ਤਾਂ ਸਾਡੇ ਬਹੁਤ ਖਤਰਨਾਕ ਹੋ ਗਿਆ। ਇਹਦਾ ਮਤਲਬ ਇਹ ਬੀਜੇਪੀ ਦਾ ਜਿਹੜਾ ਸਿੰਬਲ ਬਣ ਗਿਆ ਬਲਡੋਜ਼ਰ, ਬਲਡੋਜ਼ਰ ਇਹ ਬਣ ਗਿਆ ਕਿ ਦੋ ਭਾਈਚਾਰਿਆਂ ਚੋਂ ਇੱਕ ਭਾਈਚਾਰੇ ਦੀ ਦੁਕਾਨ ਵੀ ਢਾਉਂਦਾ ਅੱਜ ਕੱਲ, ਤੇ ਉਹ ਮਕਾਨ ਵੀ ਢਾਉਂਦਾ। ਇਹ ਇੱਕ ਖਾਸ ਸੈਂਸ ਦੇ ਵਿੱਚ ਅੱਜ ਕੱਲ ਬਲਡੋਜ਼ਰ ਚੱਲ ਰਿਹਾ, ਤੇ ਇਸੇ ਕਰਕੇ ਸੁਪਰੀਮ ਕੋਰਟ ਵੀ ਇਸ ਲੈਵਲ ਤੇ ਉਹਨੂੰ ਇਹ ਗੱਲ ਕਰ ਰਹੀ ਹੈ। ਮਤਲਬ ਸਿੰਬਲ ਜਦੋਂ ਤੁਸੀਂ ਤੈਅ ਕਰਦੇ ਹੋ ਇੱਕ ਦੂਜੇ ਦੇ, ਉਹ ਵੀ ਪ੍ਰੈਜੈਂਟ ਹਾਲਾਤ ਦੇ ਵਿੱਚ ਵਾਪਰ ਕੀ ਰਿਹਾ ਨਾ, ਜੇ ਉਹਦੇ ਨਾਲ ਸੁਮੇਲ ਕਰਕੇ ਨਹੀਂ ਕਰਦੇ ਤਾਂ ਉਹ ਗਲਤ ਰੰਗਤ ਲੈ ਜਾਂਦਾ। ਸਗੋਂ ਮੈਨੂੰ ਲੱਗਦਾ ਬਲਡੋਜ਼ਰ ਲੂਜਰ ਚੱਲਣ ਵਾਲੇ ਕੁਐਸਚਨ ਨਹੀਂ ਹੈ, ਤੁਸੀਂ ਐਕਸ਼ਨ ਕਰੋ, ਘਰ ਚੋਂ ਬਾਹਰ ਕੱਢੋ, ਸਮਾਨ ਚੱਕ ਕੇ ਸੜਕ ਤੇ ਰੱਖ ਦੋ ਬੰਦੇ ਦਾ, ਜੇ ਇੰਨੀ ਉਹ ਗੱਲ ਹੈ। ਇਹ ਸਰਕਾਰ ਕੋਲ ਥੋੜੀ ਪੁਲਿਸ ਆ, ਪੁਲਿਸ ਇੱਥੇ ਵੀ ਅਜਮਾ ਲਓ। ਬਲਡੋਜ਼ਰ ਕਿਉਂ ਚਲਾਉਣਾ? ਘਰ ਬਣਿਆ ਹੋਇਆ, ਇੰਨੀ ਪ੍ਰਾਪਰਟੀ ਸਾਰੀ ਢਾਹ ਕੇ ਤੁਸੀਂ ਕੀ ਕਰੋ? ਖਾਲੀ ਕਰਾਉਣ ਦੇ ਉਹਦੇ ਤਰੀਕੇ ਨੇ, ਔਰ ਉਹ ਤਰੀਕੇ ਵਰਤੋ, ਸਗੋਂ ਉਹ ਇਮਾਰਤਾਂ ਵਰਤੋ ਲੋਕ ਸਮਾਜਿਕ ਕੰਮਾਂ ਦੇ ਲਈ, ਲੋੜਵੰਦਾਂ ਦੇ ਲਈ, ਬਾਕੀ ਦੇ ਲਈ। ਢਾਉਣਾ ਕੋਈ ਇਲਾਜ ਹੈ? ਢਾਉਣਾ ਤਾਂ ਕੇਵਲ ਇਹੀ ਆ ਵੀ ਜਿਹੜੇ ਰਸਤੇ 'ਚ ਕਿਤੇ ਬਣੇ ਹੋਏ ਨੇ ਕੋਈ ਚੀਜ਼ਾਂ, ਤੁਸੀਂ ਉੱਥੇ ਕੋਈ ਰਸਤਾ ਬਣਾਉਣਾ ਸੀ, ਕਿਤੇ ਹੋਰ ਗੱਲ ਕੋਈ ਉਹ ਹੈ, ਉਹ ਤਾਂ ਇੱਕ ਅਲੱਗ ਗੱਲ ਆ। ਮੈਨੂੰ ਤਾਂ ਲੱਗਦਾ ਜੇ ਕਿਤੇ ਕਲੋਨੀ ਜਾਂ ਕਿਤੇ ਬਣੀ ਵੀ ਹੈ ਹੋਰ, ਉਹ ਤੋਂ ਵੀ ਜੇ ਤੁਸੀਂ ਹੋਰ ਫਾਇਦਾ ਲੈਣਾ ਹੈ ਤਾਂ ਬੰਦਿਆਂ ਨੂੰ ਬਾਹਰ ਕੱਢ ਕੇ ਤਾਂ ਤੁਸੀਂ ਉਹ ਕਰਦੇ ਹੋ। ਪਰ ਬਲਡੋਜ਼ਰ ਗਰੀਬ ਬਸਤੀਆਂ ਤੇ ਚੱਲਦਾ ਹੈ ਨਾਰਮਲ, ਗਰੀਬ ਘਰਾਂ ਤੇ ਚੱਲਦਾ ਹੈ ਨਾਰਮਲ, ਤੇ ਅਜੇ ਤੱਕ ਬਲਡੋਜ਼ਰ ਵੱਡੇ ਆਦਮੀਆਂ ਤੇ ਚੱਲਣਾ ਸ਼ੁਰੂ ਨਹੀਂ ਹੋਇਆ। ਜੇ ਹੋ ਗਿਆ ਤਾਂ ਉਦੋਂ ਬਾਅਦ ਪਤਾ ਲੱਗ ਜੂਗਾ, ਚਲੋ ਅਲੱਗ ਗੱਲ ਹੈ। ਪਰ ਮੈਨੂੰ ਲੱਗਦਾ ਉਹ ਤਾਂ ਬਲਡੋਜ਼ਰ ਦੀ ਸੈਂਸ ਜਿਹੜੀ ਹੈ, ਇਹ ਤਾਂ ਸਰਕਾਰੀ ਘਰ ਨਹੀਂ ਛੱਡਦੇ ਤੇ ਸਰਕਾਰੀ ਗੱਡੀਆਂ ਨਹੀਂ, ਉਹਨਾਂ ਦੀ ਤੋੜ ਫੋੜ ਹੋਊਗੀ ਤੇ ਉਹ ਸਾਰਾ ਕੁਝ, ਉਹ ਵੀ ਸਮਾਜਿਕ ਨੁਕਸਾਨ ਹੋਏਗਾ ਤੇ ਸੂਬੇ ਦਾ ਹੋਏਗਾ। ਇਹਦੀ ਬਜਾਏ ਤਰੀਕਾ ਹੋਰ ਸੋਚ ਲਓ ਜਿਹੜੇ ਨਾਲ ਉਹ ਬਾਹਰ ਕੱਢੇ ਜਾ ਸਕਦੇ ਨੇ। ਕੱਢਣਾ ਕਿੰਨੀ ਵੱਡੀ ਗੱਲ ਹੈ? ਜੇ ਆਰਡਰ ਹੀ ਹੈ ਕਿ ਚੀਫ ਮਿਨਿਸਟਰ ਜਾਂ ਬਾਕੀ ਲੋਕ ਕਹਿੰਦੇ ਮੈਨੂੰ ਸ਼ਾਮ ਨੂੰ ਇਹ ਘਰ ਖਾਲੀ ਚਾਹੀਦਾ, ਜਾਂ 2 ਮਹੀਨੇ ਨੂੰ, ਜਾਂ 10 ਦਿਨ ਦਿੱਤੇ, 15 ਦਿਨ ਦਿੱਤੇ, ਤੇ ਖਾਲੀ ਕਰਾ ਲਓ। ਖਾਲੀ ਕਰਾਉਣਾ ਕਿੰਨੀ ਕੁ ਵੱਡੀ ਗੱਲ? ਸਰਕਾਰ ਕੋਲ ਆਪਣੀ ਪ੍ਰਸ਼ਾਸਨਿਕ ਤਾਕਤ ਹੁੰਦੀ ਹੈ, ਉਹ ਵਰਤੀ ਜਾਏ। ਬੁਲਡੋਜ਼ਰ ਤਾਂ ਉਹਨਾਂ ਨੇ ਇਸ਼ਾਰਾ ਮਾਤਰ ਇਹ ਗੱਲ ਕਹੀ ਹੋਣੀ, ਜਿਹਨੂੰ ਉਸ ਤਰੀਕੇ ਨਾਲ ਲੈ ਲਿਆ ਗਿਆ। ਇੱਕ ਜਿਹੜੀ ਗੱਲ ਹੈ ਅਮੀਰ ਸਿੰਘ ਦੀ, ਅਗਲੀ ਖਬਰ ਹੈ ਕਿ ਮਾਨ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਮੱਕੀ, ਬਾਜਰਾ ਜਾਂ ਹੋਰ ਫਸਲਾਂ ਦੇ ਉੱਤੇ MSP ਦੇਾਂਗੇ। ਕਿਸਾਨਾਂ ਦੇ ਵਿੱਚ ਤਾਂ ਅੱਗੇ ਸਿੱਧੀ ਬਿਜਾਈ ਨੂੰ ਲੈ ਕੇ ਹਾਹਾਕਾਰ ਹੈ ਕਿ ਸਰਕਾਰ ਨੂੰ ਕਹਿ ਰਹੇ ਨੇ ਕਿ ਤੁਸੀਂ ਜ਼ਮੀਨ ਸਾਡੇ ਤੋਂ ਲੈ ਲਓ ਠੇਕੇ ਤੇ, ਸਾਨੂੰ 50,000 ਠੇਕਾ ਦੇ ਦਿਓ ਤੇ ਆਪ ਬੀਜ ਕੇ ਦੇਖ ਲਓ, ਸਿੱਧੀ ਬਿਜਾਈ ਕਰਕੇ ਦੇਖ ਲਓ। ਕਈ ਮੰਨ ਵੀ ਗਏ ਨੇ, ਜਿਵੇਂ ਸਤੌਜ ਪਿੰਡ ਵਾਲਿਆਂ ਦੀ ਉਹ ਗੱਲ ਕਰ ਰਹੇ ਨੇ, ਤਾਂ ਹੁਣ ਅੱਗੇ ਜਾ ਕੇ ਪਤਾ ਲੱਗੂਗਾ ਕਿ ਕਿੰਨੇ ਕੁ ਬੀਜਦੇ ਨੇ ਸਿੱਧੀ। ਨਹੀਂ, ਉਹ ਅਲੱਗ ਗੱਲ। ਇੱਕ ਗੱਲ ਤਾਂ ਇੱਕ ਓਵਰਆਲ ਗੱਲ ਹੈ ਕਿ ਪੰਜਾਬ ਦੇ ਕੁਦਰਤੀ ਸਰੋਤ ਬਹੁਤ ਦਬਾਅ ਦੇ ਵਿੱਚ ਨੇ ਤੇ ਉਹ ਖਤਮ ਹੁੰਦੇ ਜਾ ਰਹੇ ਨੇ। ਬੜੇ ਲੰਮੇ ਸਮੇਂ ਤੋਂ ਸਾਡੇ ਮਤਲਬ ਜਦੋਂ 1986 ਦੀ ਜਿਹੜੀ ਜੌਨ ਕਮੇਟੀ ਦੀ ਰਿਪੋਰਟ ਹੈ, 86 ਨੂੰ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਗਏ, ਤੇ 86 ਦੀ ਜਿਹੜੀ ਰਿਪੋਰਟ ਆ ਉਹ ਉਦੋਂ ਤੋਂ ਕਹਿ ਰਹੀ ਹੈ ਕਿ ਪੰਜਾਬ ਨੂੰ ਡਾਇਵਰਸੀਫਿਕੇਸ਼ਨ ਦੀ ਲੋੜ ਹੈ, ਪੰਜਾਬ ਨੂੰ ਬਨਸਪੰਨਤਾ ਦੀ ਲੋੜ ਹੈ, ਪੰਜਾਬ ਕਣਕ ਝੋਨੇ ਦੇ ਚੱਕਰ ਚੋਂ ਨਿਕਲਣਾ ਚਾਹੀਦਾ। ਤੇ ਕਣਕ ਝੋਨੇ ਦੇ ਚੱਕਰ ਚੋਂ ਨਿਕਲਣ ਦਾ ਮੇਨ ਇੱਕ ਕਾਰਨ ਪਾਣੀ ਵੀ ਸੀਗਾ। ਪਾਣੀ, ਕਿਉਂਕਿ ਕਿਹਾ ਜਾਂਦਾ ਕਿ 1 ਕਿਲੋ ਚੌਲ ਪੈਦਾ ਕਰਨ ਲਈ 5000 ਲੀਟਰ ਪਾਣੀ ਲੱਗਦਾ। ਪਾਣੀ ਵੀ ਇੱਕ ਮੇਨ ਗੱਲ ਹੈ। ਖੇਤੀ ਦਾ ਰਸਾਇਣੀਕਰਨ ਵੀ ਮੇਨ ਗੱਲ ਹੈ। ਰਸਾਇਣਕ ਖੇਤੀ ਨੇ ਸਾਡੇ ਸਾਰੀ ਆਬੋ ਹਵਾ ਖਰਾਬ ਕੀਤੀ ਹੈ, ਸਾਡੇ ਕੈਂਸਰ, ਕਾਲਾ ਪੀਲੀਆ ਤੇ ਸਾਰਾ ਉਹ ਸਾਰੀਆਂ ਫਸਲਾਂ ਖਾਣ ਜੋਗੀਆਂ ਨਹੀਂ ਛੱਡੀਆਂ। ਇਹ ਉਹ ਰਸਾਇਣਕ ਖੇਤੀ ਦਾ ਵੀ ਇੱਕ ਤਰੀਕਾ ਲੰਮੇ ਸਮੇਂ ਤੱਕ ਚੱਲ ਗਿਆ, ਉਹਨੂੰ ਮੈਨੇਜ ਪ੍ਰੋਪਰ ਕਿਵੇਂ ਕਰਨਾ ਉਹ ਵੀ ਇੱਕ ਗੱਲ। ਪਰ ਸਵਾਲ ਇਹ ਹੈ ਵੀ ਉਹਦਾ ਤਰੀਕਾ ਹੋਵੇ ਕਿ ਕਿਵੇਂ, ਕਿਸ ਤਰੀਕੇ ਨਾਲ ਆਵੇ। ਬਿਲਕੁਲ ਇਹ ਵਾਜਬ ਹੈ। ਕਿਸਾਨ ਜਿਹੜੇ ਨੇ ਉਹ ਲਗਾਤਾਰ ਮੰਗ ਕਰ ਰਹੇ ਨੇ ਕੇਂਦਰ ਸਰਕਾਰ ਤੋਂ ਕਿ ਬਾਕੀ 23 ਫਸਲਾਂ ਦਾ
ਜਿੰਨੀਆਂ ਵੀ ਫਸਲਾਂ ਟੋਟਲ ਨੇ, ਜਿਹਦਾ ਤੁਸੀਂ ਘੱਟੋ ਘੱਟ ਸਮਰਥਨ ਮੁੱਲ ਐਲਾਨ ਦਿਓ, ਉਹਦੀ ਖਰੀਦ ਦੀ ਗਾਰੰਟੀ ਵੀ ਕਰ ਦਿਓ। ਉਹ ਕਾਨੂੰਨੀ ਗਾਰੰਟੀ ਮੰਗਦਾ ਕਿ ਇੱਕ ਵਾਰ ਤੁਸੀਂ ਕਹਿਤਾ, ਕੱਲ ਨੂੰ ਤੁਸੀਂ ਕਰੋ ਨਾ, ਤੁਹਾਡੇ ਭਰੋਸੇ ਤੇ ਬੀਜ ਲਈ ਬੰਦੇ ਨੇ, ਤੇ ਉਦੋਂ ਬਾਅਦ ਖਰੀਦੇ ਨਾ ਸਰਕਾਰ, ਉਹ ਕਿੱਥੇ ਜਾਊਗਾ? ਨਾ ਅਦਾਲਤ ਹੈ, ਨਾ ਕਾਨੂੰਨ ਹੈ ਉਹਦੇ ਕੋਲ। ਪੰਜਾਬ ਦੀ ਸਰਕਾਰ ਵੀ ਜੇਕਰ ਇੱਕ ਫੈਸਲਾ ਕਰ ਲੇ ਕਿ ਜਿਹੜੀਆਂ ਉਹ 2-3 ਫਸਲਾਂ ਚੀਫ ਮਿਨਿਸਟਰ ਕਹਿ ਰਹੇ ਨੇ, ਉਹ ਕਹੇ ਕਿ ਅਸੀਂ ਜਿੱਥੋਂ ਮਰਜ਼ੀ ਪੈਸਾ ਲਿਆਈਏ, ਉਹ ਇਹੀ ਕਹਿ ਰਹੇ ਨੇ ਨਾ, ਤਾਂ ਕਾਨੂੰਨ ਬਣਾ ਦਿਓ। ਇਤਕੀ ਆ ਜਿਹੜੀ ਜੂਨ ਦੇ ਵਿੱਚ ਆਏਗੀ, ਜਾਂ ਆਰਡੀਨੈਂਸ ਪਹਿਲਾਂ ਜਾਰੀ ਕਰ ਦਿਓ, ਉਸ ਤੋਂ ਬਾਅਦ ਕਾਨੂੰਨ ਬਣਾ ਦਿਓ ਕਿ ਇਹਨਾਂ ਦਾ ਇਦੋਂ ਘੱਟ ਨਹੀਂ ਮੁੱਲ ਬੰਨੇਗਾ। ਔਰ ਲੋਕਾਂ ਨੂੰ ਆ ਸਿੱਧਾ ਝੋਨਾ ਤੇ ਇਨਡਾਇਰੈਕਟ ਝੋਨੇ ਚੋਂ ਨਿਕਲ ਜਾਣਗੇ। ਲੋਕ ਤਾਂ ਹੋਰ ਫਸਲਾਂ ਦੀ ਗੱਲ ਕਰਦੇ ਨੇ। ਬਾਕੀ ਵੀ ਇੱਕ ਤਾਂ ਗੱਲ ਪਾਣੀ ਬਚਾਉਣ ਦੀ ਹੈ ਝੋਨੇ ਤੇ ਕਣਕ ਤੇ, ਦੂਜਾ ਪਹਿਲੂ ਇਹਦਾ ਇਹ ਵੀ ਹੈ ਕਿ ਮੋਨੋਕਲਚਰ ਹੋ ਜਾਂਦਾ ਹੈ। ਇੱਕੋ ਫਸਲਾਂ ਬਾਰ-ਬਾਰ ਬੀਜੀ ਜਾਓ, ਉਹਦੇ ਨਾਲ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਅਸਰ ਪੈਂਦਾ। ਉਹਦੀ ਜਦੋਂ ਵੱਖ-ਵੱਖ ਬਦਲ ਕੇ ਫਸਲਾਂ ਬੀਜਦੇ ਹੋ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ। ਇਸ ਲਈ ਝੋਨੇ ਐ ਨਹੀਂ, ਐ ਬੀਜ ਦੋ ਕੱਲਾ ਉਨਾ ਕੰਮ ਨਹੀਂ ਹੈ, ਫਸਲਾਂ ਦੀ ਬਨਸਵਰਤਾ ਦਾ ਵੀ ਸਵਾਲ ਹੈ ਇਹਦੇ ਵਿੱਚ। ਜੇ ਦੂਜੀਆਂ ਫਸਲਾਂ ਝੋਨੇ ਕਣਕ ਦੇ ਰੋਟੇਸ਼ਨ ਜਿੰਨਾ ਜਾਂ ਉਸ ਦੋ ਫਸਲੀ ਸਰਕਲ ਜਿੰਨਾ ਫਾਇਦਾ ਦੇ ਦੇਣਗੀਆਂ, ਤਾਂ ਲੋਕ ਉਧਰ ਚਲੇ ਜਾਣਗੇ। ਇੱਕ ਹੱਦ ਤੱਕ ਜਾਣ ਲਈ ਤਿਆਰ ਨੇ, ਕੋਈ ਬੜੀ ਗੱਲ ਨਹੀਂ ਹੈ ਕਿ ਉਸ ਪਾਸੇ ਵੱਲ ਜਾਣ ਲਈ ਤਿਆਰ ਨੇ। ਤੇ ਇੱਕ ਤੀਜੀ ਗੱਲ ਹੋਰ ਕਰਨੀ ਪਏਗੀ, ਕਿਉਂਕਿ ਭਾਰਤ ਸਰਕਾਰ ਨੂੰ ਜ਼ਰੂਰਤ ਸੀ ਕਣਕ ਤੇ ਝੋਨੇ ਦੀ ਬਹੁਤ ਵੱਡੇ ਸਾਲਾਂ 'ਚ, ਕਿੰਨੇ ਸਾਲਾਂ ਦੇ ਦੌਰਾਨ ਤੁਹਾਡੀ ਇੱਕ ਇੱਛਾ ਸੀ ਕਿ ਇਹ ਖਿੱਤੇ ਜਿਹੜੇ ਨੇ ਕਣਕ ਝੋਨੇ ਤੇ ਲੱਗੇ ਰਹਿਣ। ਇਸੇ ਕਰਕੇ ਜਿੰਨੀ ਖੋਜ ਹੋਈ ਹੈ ਮਸ਼ੀਨਰੀ ਦੀ, ਰਿਸਰਚ ਹੋਈ ਹੈ, ਉਹ ਵੀ ਇਹਨਾਂ ਖੇਤਰਾਂ ਦੇ ਵਿੱਚ ਹੀ ਹੋਈ ਹੈ। ਕਣਕ ਕਿਵੇਂ ਵੱਢਣੀ ਹੈ, ਕਣਕ ਤੋਂ ਬਾਅਦ ਰੀਪਰ ਜਿਹੜਾ ਤੂੜੀ ਕਿਵੇਂ ਬਣਾਏਗਾ, ਬਾਕੀ ਦੀਆਂ ਚੀਜ਼ਾਂ ਕੀ ਕਰਨੀਆਂ ਨੇ, ਉਸੇ ਤਰ੍ਹਾਂ ਝੋਨੇ ਦੀ ਲਵਾਈ ਤੋਂ ਲੈ ਕੇ ਬਾਕੀ ਚੀਜ਼ਾਂ ਨੇ। ਤਾਂ ਦੂਜੀਆਂ ਫਸਲਾਂ ਦੇ ਖੇਤਰ ਦੇ ਵਿੱਚ ਖੋਜ ਨੂੰ ਉਤਸ਼ਾਹਿਤ ਕਰੋ। ਪੀਏਯੂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਵੇ ਜਾਂ ਬਾਕੀ ਦੀਆਂ ਯੂਨੀਵਰਸਿਟੀਆਂ, ਉਹ ਜੇ ਡੰਪ ਬੈਠੀਆਂ ਨੇ, ਉਹਨਾਂ ਕੋਲ ਖੋਜ ਦੇ ਪ੍ਰੋਜੈਕਟ ਹੈ ਨਹੀਂ, ਉਹਨਾਂ ਕੋਲ ਉਹ ਪੈਸਾ ਹੈ ਨਹੀਂ ਰਿਸਰਚ ਕਰਨ ਲਈ, ਤਾਂ ਉਹ ਬਾਕੀ ਦੀਆਂ ਚੀਜ਼ਾਂ ਤੇ ਕਿਵੇਂ ਕਰਨਗੇ? ਉਹਨਾਂ ਨਾਲ ਸੰਬੰਧਿਤ ਬੀਜ, ਉਹਨਾਂ ਨਾਲ ਸੰਬੰਧਿਤ ਤਕਨੀਕ ਜੇ ਜ਼ਿਆਦਾ ਵਿਕਸਿਤ ਹੋਏਗੀ, ਕਿਸਾਨ ਇੱਧਰ ਨੂੰ ਕਿਉਂ ਜਾ ਰਿਹਾ? ਇੱਕ ਇਸ ਕਰਕੇ ਵੀ ਜਾ ਰਿਹਾ ਕਿ ਸੌਖੀ ਹੋ ਗਈ। ਹੁਣ ਸੌਖੀ ਹੈ ਕਿ ਮੋਟਰ ਦਾ ਬਟਨ ਆਟੋਮੈਟਿਕ ਦੱਬਿਆ ਜਾਂਦਾ, ਸੌਖੀ ਹੈ ਕਿ ਵੱਡੇ ਲੇਬਰ ਮਤਲਬ ਲੈਵਲਰ ਆ ਗਏ ਤੁਹਾਡੇ ਕੋਲ, ਲੇਜ਼ਰ ਲੈਵਲਰ, ਜਿਹੜੇ ਫਸਲਾਂ ਦੇ ਵੱਡੇ ਕਿਆਰੇ ਬਣਾ ਦਿੰਦੇ ਨੇ, 24 ਘੰਟੇ ਵੀ ਚੱਲਦੀ ਰਹੇ ਤਾਂ ਪਾਣੀ ਇੱਧਰ ਉੱਧਰ ਨਹੀਂ ਜਾਂਦਾ। ਇਹੀ ਚੀਜ਼ਾਂ ਦੂਜੀਆਂ ਫਸਲਾਂ ਵਾਸਤੇ ਵੀ ਟੈਕਨੋਲੋਜੀਕਲੀ ਸੌਖੀਆਂ ਕਰ ਦੋਗੇ ਤਾਂ ਫਾਰਮਰ, ਕਿਸਾਨ ਆਪਣੇ ਆਪ ਉਧਰ ਨੂੰ ਤਾਂ ਜਾਏ। ਜੇ ਬਰਾਬਰ ਦਾ ਮੁਨਾਫਾ ਵੀ ਹੋਵੇ, ਬਰਾਬਰ ਦੇ ਮੁਨਾਫੇ ਦੇ ਵਿੱਚ ਵੀ ਇੱਕ ਚੀਜ਼ ਸੌਖੀ ਹੋਵੇ, ਇੱਕ ਔਖੀ ਹੋਵੇ, ਤਾਂ ਬੰਦਾ ਸੌਖੇ ਬਣ ਜਾਏ। ਜਾਂ ਤਾਂ ਦੂਜੇ ਔਖੇ ਵਾਲੇ ਪਾਸੇ ਮੁਨਾਫਾ ਵਧਾ ਦਿਓ ਤੇ ਜਾਂ ਉਹਨੂੰ ਓਨਾ ਹੀ ਸੌਖਾ ਕਰ ਦਿਓ। ਇਹ ਸਾਰੀਆਂ ਚੀਜ਼ਾਂ ਦਾ ਇੱਕ ਕਲੈਕਟਿਵ ਸੋਚ ਦਾ ਸਵਾਲ ਹੈ। ਸਾਂਝੀ ਇੱਕ ਸੋਚ ਬਣਾ ਕੇ ਤੁਹਾਨੂੰ ਉਧਰ ਨੂੰ ਸੋਚਣਾ ਪਏਗਾ। ਔਰ ਮੈਨੂੰ ਲੱਗਦਾ ਪੰਜਾਬ ਦਾ ਕਿਸਾਨ ਵੀ ਨਹੀਂ ਚਾਹੁੰਦਾ, ਨਾ ਉਹਨੂੰ ਅੱਗ ਲਾਉਣਾ ਚਾਹੁੰਦਾ ਅੱਜ ਕੱਲ, ਨਾ ਉਹ ਇਹ ਚਾਹੁੰਦਾ ਕਿ ਮੈਂ ਝੋਨੇ ਤੇ ਹੀ ਰਹਾ। ਪਰ ਜਿਹਨਾਂ ਲੋਕਾਂ ਨੇ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ, ਉਹ ਮੰਡੀ 'ਚ ਜਾ ਕੇ ਫੇਲ ਹੋ ਜਾਂਦਾ। ਤੇ ਮੰਡੀ 'ਚ ਜਾ ਕੇ ਫੇਲ ਹੋਣ ਦਾ ਤਰੀਕਾ ਇਹੀ ਹੈ, ਜੇ ਚੀਫ ਮਿਨਿਸਟਰ ਨੇ ਗੱਲ ਕੀ ਹੈ, ਸਵਾਗਤਯੋਗ ਹੈ, ਕੀਤੀ ਹੈ ਕਿ ਆਹ 3-4 ਫਸਲਾਂ ਅਸੀਂ ਖਰੀਦਾਂਗੇ, ਪਰ ਉਹਦੇ ਲਈ ਕਾਨੂੰਨ ਬਣਾ ਦੇਣ। ਨਾਲੇ ਗਵਰਨਮੈਂਟ ਆਫ ਇੰਡੀਆ ਤੇ ਦਬਾਅ ਜ਼ਿਆਦਾ ਵੱਧ ਜੂ ਕਿ ਅਸੀਂ ਤਾਂ ਕਾਨੂੰਨ ਆ 3 ਫਸਲਾਂ ਲਈ ਆਪਦਾ ਬਣਾ ਰਹੇ ਆ, ਤਾਂ ਤੁਸੀਂ ਬਾਕੀ ਲਈ ਸਭ ਲਈ ਕਿਉਂ ਨਹੀਂ ਬਣਾ ਰਹੇ? ਕਿਸਾਨਾਂ ਦਾ ਅੰਦੋਲਨ ਇਹਦੇ ਨਾਲ ਸਪੋਰਟ ਹੋ ਜਾਊਗਾ ਸਗੋਂ ਉਸੇ ਗੱਲ ਨਾਲ ਜਾ ਕੇ। ਔਰ ਇਸ ਕਰਕੇ ਇਹਦੇ ਤੇ ਜਿਹੜੀਆਂ 2-3-4 ਜੋ ਵੀ ਚਾਹੁੰਦੇ ਨੇ, ਚਾਹੇ 2 ਫਸਲਾਂ ਤੇ ਕਹਿੰਦੇ ਮਤਲਬ ਪੰਜਾਬ ਕੱਲਾ, ਜਿੰਨੀ ਕਿ ਵੀ ਉਹਨਾਂ ਦੀ ਪੋਜੀਸ਼ਨ ਹੋਵੇ, ਆਰਥਿਕ ਸਮਰੱਥਾ ਹੋਵੇ, ਪਰ ਉਹਨੂੰ ਕਾਨੂੰਨੀ ਪੁੱਠ ਦੇ ਦਿਓ, ਉਹਨੂੰ ਕਾਨੂੰਨੀ ਸਪੋਰਟ ਦੇ ਦਿਓ, ਤਾਂ ਇਹ ਲੰਮੇ ਸਮੇਂ ਲਈ ਚੱਲਣ ਦੇ ਯੋਗ ਕੋਈ ਇੱਕ ਚੀਜ਼ ਬਣ ਸਕਦੀ ਹੈ ਔਰ ਬਨਸਵਰਤਾ ਵੱਲ ਲੋਕ ਜਾ ਸਕਦੇ। ਅਮੀਰ ਸਿੰਘ ਜੀ, ਇਹਦੇ ਵਿੱਚ ਨਾ ਇੱਕ ਹੋਰ ਸਵਾਲ ਜਿਹੜਾ ਉੱਠਦਾ ਹੈ ਕਿ ਜੇ ਮੰਨ ਲਓ ਕਿਵੇਂ ਜਿਵੇਂ ਝੋਨਾ ਤੇ ਕਣਕ ਦੀ ਗੱਲ ਹੈ, ਭੰਡਾਰ ਇੰਨੇ ਹੋ ਗਏ ਕਿ ਸਰਕਾਰ ਕੋਲ ਸੰਭਾਲਣਾ ਔਖਾ ਹੋ ਜਾਂਦਾ, ਫਿਰ ਉਹ ਬਰਬਾਦ ਹੁੰਦਾ। ਜੇ ਮੰਨ ਲਓ ਕਿ ਇਹਨਾਂ ਨੂੰ ਜ਼ੋਨ ਦੇ ਵਿੱਚ ਨਹੀਂ ਵੰਡ ਦਿੱਤਾ ਜਾਣਾ ਚਾਹੀਦਾ ਕਿ ਕਿੱਥੇ ਕਿਹੜੀ ਫਸਲ ਜਿਹੜੀ ਹੋਣੀ ਹੈ, ਕਿੱਥੇ ਕਿਹੜੀ ਦਾਲ ਜਾਂ ਮੱਕੀ ਜਾਂ ਬਾਜਰਾ ਕਿੰਨਾ ਕਿੰਨਾ ਹੋਣਾ ਚਾਹੀਦਾ? ਕਿਉਂਕਿ ਮੈਂ ਡਾਕਟਰ ਗਾਂਧੀ ਉਹਨਾਂ ਨੂੰ ਇੱਕ ਵਾਰੀ ਸੁਣਿਆ ਸੀ, ਉਹਨਾਂ ਨੂੰ ਲੋਕ ਕਹਿੰਦੇ ਕਿ ਖਸਖਸ ਦੀ ਖੇਤੀ ਕਿਉਂ ਨਹੀਂ ਹੁੰਦੀ? ਉਹ ਕਹਿੰਦੇ ਕੇਂਦਰ ਨੂੰ ਬੜੀ ਵਾਰੀ ਲਿਖਿਆ, ਉਹ ਕਹਿੰਦੇ ਸਾਡੇ ਕੋਲੇ ਆਲਰੇਡੀ ਭੰਡਾਰ ਹੈਗਾ, ਇਸ ਕਰਕੇ ਅਸੀਂ ਖੇਤੀ ਨਹੀਂ ਕਰਦੇ। ਪਰ ਇਹ ਵੀ ਫਿਰ ਚਾਹੀਦਾ ਤਾਂ ਇਸ ਪਾਸੇ ਵੱਲ ਨੂੰ ਵੀ ਹੈ ਕਿ ਇਹਨੂੰ ਵੀ ਲੈ ਕੇ ਇੱਕ ਰੋਡ ਮੈਪ ਬਣ ਜੇ ਕਿ ਕਿਹੜੇ ਕਿਹੜੇ ਜ਼ੋਨ 'ਚ ਮਾਝਾ, ਮਾਲਵਾ, ਦੁਆਬਾ, ਕਿੱਥੇ ਕਿਹੜੀ ਕਿਹੜੀ ਫਸਲ ਹੋਣੀ ਚਾਹੀਦੀ ਤਾਂ ਕਿ ਸਹੀ ਢੰਗ ਨਾਲ MSP ਵੀ ਮਿਲ ਸਕੇ। ਵੈਸੇ ਤਾਂ ਜਿਹੜੇ ਸਾਡੇ ਕੋਲ ਭੰਡਾਰ ਭਰਨ ਦੀ ਅਸੀਂ ਕਣਕ ਤੇ ਝੋਨੇ ਦੀ ਕਰਦੇ, ਉਹ ਵੀ ਫਰਾਡ ਹੈ। ਲੋਕਾਂ ਦੀ ਪਰਚੇਜਿੰਗ ਪਾਵਰ ਨਹੀਂ ਹੈ, ਲੋਕਾਂ ਦੀ ਜੇਬ 'ਚ ਪੈਸਾ ਪਾਓ ਤੇ ਅਨਾਜ ਦਾ ਤਾਂ ਭੱਠਾ ਬੈਠ ਗਿਆ। ਹੁਣੇ ਕਹਿੰਦੇ ਜੀ ਯੂਕਰੇਨ ਤੇ ਰੂਸ ਦੀ ਵਾਰ ਲੱਗ ਗਈ ਹੈ
ਤੇ ਸਾਡੇ ਕੋਲ ਤਾਪਮਾਨ ਵਧਣ ਦੇ ਕਰਕੇ ਘਟ ਗਿਆ, ਸਟੋਰ ਖਾਲੀ ਨੇ, ਸਿੱਧੀਆਂ ਟ੍ਰੇਨਾਂ ਜਾ ਰਹੀਆਂ ਨੇ ਭਰ ਕੇ ਉਹਨਾਂ ਰਾਜਾਂ ਨੂੰ। ਉਹ ਵੀ ਗੱਲ ਕੇਵਲ ਅਨਾਜ ਜ਼ਿਆਦਾ ਹੋ ਗਿਆ, ਫਲਾਨਾ ਹੋ ਗਿਆ, ਉਹ ਨਹੀਂ ਹੈ ਹਕੀਕਤ ਦੇ ਮੁਤਾਬਕ। ਜੀ ਭੁੱਖ ਦੇ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਨੇ, ਲੋੜਵੰਦ ਜਿੰਨਾ ਖਾਣਾ ਚਾਹੀਦਾ ਉਹਨਾਂ ਨਹੀਂ ਮਿਲ ਰਿਹਾ ਗਰੀਬ ਆਦਮੀ ਨੂੰ। ਇਹ ਬਹੁਤ ਵੱਡਾ ਹਿੱਸਾ ਹੈ ਜਿਹੜਾ ਇਸ ਗੱਲ ਨੂੰ ਨਹੀਂ ਮਤਲਬ ਅਣਗੌਲਿਆ ਕਰਦਾ। ਤੇ ਉਹਦੇ ਕੋਲ ਉਹਨੇ ਪੈਸੇ ਨਹੀਂ ਆ ਖਰੀਦ ਕੇ ਖਾ ਲੇ। ਐਤਕੀ ਯੂਪੀ ਚ ਫ੍ਰੀ ਵੰਡਿਆ, ਵੋਟਾਂ ਦੇ ਲਈ ਸਾਰਾ ਕੁਝ ਵੰਡਿਆ, ਤੇ ਅਨਾਜ ਦੇ ਭੰਡਾਰ ਚਲੇ ਗਏ। ਕਿੱਥੇ ਨੇ ਅਨਾਜ ਦੇ ਭੰਡਾਰ? ਇਹ ਤਾਂ ਇੱਕ ਝਟਕਾ ਹੈ ਸਾਡੇ ਕੋਲ। ਲੋਕ 5-5 10-10 ਸਾਲਾਂ ਦੇ ਦੇਸ਼ ਰੱਖਦੇ ਨੇ ਅਨਾਜ ਭੰਡਾਰ। ਕੱਲ ਨੂੰ ਕੋਈ ਕੁਦਰਤੀ ਆਫਤ ਆ ਗਈ, ਕੱਲ ਨੂੰ ਕੋਈ ਜੰਗ ਲੱਗ ਗਈ, ਕੱਲ ਨੂੰ ਕੋਈ ਕੁਝ ਹੋਰ ਹੋ ਗਿਆ, ਸਾਡਾ ਕੋਲ ਤਾਂ ਸਾਲ ਚ ਮੁੱਕ ਜਾਂਦਾ ਸਾਰਾ ਕੁਝ। ਪਹਿਲੀ ਗੱਲ ਤਾਂ ਉਹ ਵੀ ਗਲਤ ਹੈ। ਦੂਜੀ ਗੱਲ, ਜੇਕਰ ਇਹ ਅਸੀਂ ਕੱਲਾ ਉੱਥੇ ਅਨਾਜ ਭੰਡਾਰ ਭਰ ਗਿਆ ਇਸ ਕਰਕੇ ਨਹੀਂ ਝੋਨੇ ਕਣਕ ਤੋਂ ਮਤਲਬ ਨਿਜਾਤ ਚਾਹੁੰਦੇ, ਅਸੀਂ ਆਪਣੇ ਕੁਦਰਤੀ ਸਰੋਤਾਂ ਕਰਕੇ ਨਿਜਾਤ ਚਾਹੁੰਦੇ ਹਾਂ ਬੇਸਿਕਲੀ, ਕਿ ਇਸ ਪਾਸੇ ਵੱਲ ਸੋਚਿਆ ਜਾਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਖੇਤੀਬਾੜੀ ਡਿਪਾਰਟਮੈਂਟ ਨੇ ਬੜਾ ਪੁਰਾਣਾ 20 ਸਾਲ ਹੋ ਗਏ, ਕੋਈ ਅੱਜ ਦੀ ਗੱਲ ਨਹੀਂ, 15 ਸਾਲਾਂ ਤੋਂ ਬਕਾਇਦਾ ਰੀਜਨਲ ਪਲਾਨਿੰਗ ਕੀਤੀ ਹੋਈ ਹੈ। ਇਹਨੂੰ 4-5 ਜ਼ੋਨਾਂ ਚ ਵੰਡ ਕੇ ਆਲਰੇਡੀ ਕੀਤੀ ਹੋਈ ਹੈ। ਕਿਹੜੇ ਏਰੀਆ ਚ ਕਿਹੜੀ ਫਸਲਾਂ, ਕਿਹੜੇ ਏਰੀਆ ਚ ਕਿਹੜੀਆਂ ਫਸਲਾਂ ਕਿੱਥੇ ਕਿੱਥੇ ਹੋ ਸਕਦੀਆਂ ਨੇ, ਔਰ ਉਹਨਾਂ ਨੂੰ ਕੀਤੇ ਜਾਣਾ ਚਾਹੀਦਾ। ਪਰ ਉਹ ਕਿਉਂ ਬੀਜਣਗੇ ਕੱਲੀਆਂ ਉਹੀ ਫਸਲ? ਉਹ ਤਾਂ ਬੀਜਣਗੇ, ਉਹਨਾਂ ਨਾਲ ਕੋਈ ਕੰਟਰੈਕਟ ਕਰੇਗਾ, ਕੋਈ ਕਹੇਗਾ ਕਿ ਆਹ ਫਸਲਾਂ ਤੁਸੀਂ ਇੱਥੇ ਬੀਜੋਗੇ, ਮੈਂ ਉਹਨੂੰ ਚੱਕੂਗਾ, ਦੂਜੀ ਥਾਂ ਆਹ ਫਸਲ ਬੀਜੋਗੇ, ਮੈਂ ਉਹਨੂੰ ਚੱਕੂਗਾ, ਤਾਂ ਹੀ ਤਾਂ ਤੁਸੀਂ ਕੁਝ ਕਰੋਗੇ ਨਾ, ਨਹੀਂ ਤਾਂ ਨਹੀਂ ਕਰੋਗੇ ਕਿਸੇ ਵੀ ਰੂਪ ਦੇ ਵਿੱਚ। ਉਹਦੇ ਲਈ ਕਾਨੂੰਨ ਬਣਨਾ, ਉਹਦੇ ਲਈ ਕਾਨੂੰਨੀ ਤੌਰ ਤੇ ਸਿਸਟਮ ਦੀ ਗਰੰਟੀ ਕਰਨਾ, ਫਿਰ ਲੋਕ ਉਸ ਪਾਸੇ ਵੱਲ ਜਾਣਗੇ। ਵਰਨਾ ਤਾਂ ਕਿਸਾਨ ਨਾਰਮਲੀ ਉਹੀ ਚੀਜ਼ਾਂ ਬੀਜਦਾ ਬਹੁਤਾ। ਤਾਂ ਉੱਥੇ ਕਾਟਨ ਕਿਉਂ ਹੋਈ ਹੈ, ਕਪਾਹ, ਉੱਥੇ ਝੋਨਾ ਕਿਉਂ ਲੱਗਣ ਲੱਗ ਗਿਆ? ਜਦੋਂ ਉਹਦੇ ਚੋਂ ਮੁਨਾਫਾ ਡਿੱਗ ਪਿਆ, ਜਦੋਂ ਪੀਲੀ ਸੁੰਡੀ ਦਾ ਇਲਾਜ ਹੀ ਨਹੀਂ ਹੋਇਆ, ਤੇ ਬਾਕੀ ਦੀ ਚੀਜ਼ਾਂ, ਉਹ ਫਸਲਾਂ ਹੀ ਇੰਨੀਆਂ ਮਰ ਗਈਆਂ, ਤੇ ਤੁਸੀਂ ਖੇਤਰਵਾਦ ਕਰ ਲਓਗੇ। ਬੰਦੇ ਨੇ ਤਾਂ ਨਹੀਂ ਮਾਰਨਾ, ਉਹ ਕਹਿੰਦਾ ਯਾਰ ਤੁਹਾਡਾ ਖੇਤਰਵਾਦ ਆਪਣੀ ਜਗ੍ਹਾ, ਮੇਰੇ ਤਾਂ ਮਰ ਗਿਆ ਸਾਰਾ ਕੁਝ, ਉਹਦਾ ਵੀ ਇਲਾਜ ਦਿਓ ਨਾ ਮੈਨੂੰ। ਔਰ ਜਿੰਨੇ ਆ ਕੰਢੀ ਬੈਲਟ ਦੇ ਵਿੱਚ ਬਾਗਬਾਨੀ ਦਾ ਸਵਾਲ ਸੀ, ਉਧਰ ਅਬੋਹਰ ਫਾਜ਼ਿਲਕਾ ਦੇ ਵਿੱਚ ਕਿੰਨੂ ਦਾ ਸਵਾਲ ਸੀ, ਤੇ ਉਹਦੀਆਂ ਪ੍ਰੋਸੈਸਿੰਗ ਯੂਨਿਟ ਲੱਗੇ, ਲੋਕ ਲਾਉਂਦੇ ਨੇ ਉੱਥੇ, ਆਪਣੇ ਆਪ ਵੀ ਲਾਉਂਦੇ ਨੇ, ਜਿਹੜਾ ਕਲਾਈਮੇਟ ਸੂਟ ਕਰਦਾ, ਐਸੀ ਥੋੜੀ ਗੱਲ। ਹੁਣ ਮਾਝੇ ਦੇ ਵਿੱਚ ਲੋਕ ਬਾਸਮਤੀ ਲਾਉਂਦੇ ਹੀ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬਾਸਮਤੀ ਹੀ ਉਹਨੇ ਚ ਸਾਡੀ ਹੁੰਦੀ ਹੈ, ਕੋਈ ਜ਼ਰੂਰੀ ਨਹੀਂ ਬਾਕੀ ਦਾ ਝੋਨਾ ਲਾਉਣਾ ਦੂਜਾ। ਪਰ ਜੇ ਇੱਧਰ ਵੀ ਬਾਸਮਤੀ ਲਾਉਣਗੇ, ਉਹਦੀ ਕੁਆਲਿਟੀ ਦਾ ਫਰਕ ਹੈ ਤੇ ਇਹਦੀ ਕੁਆਲਿਟੀ ਦਾ ਫਰਕ ਹੈ। ਸਾਡੀ ਬਾਸਮਤੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਦੀ ਬਾਸਮਤੀ ਮੰਨੀ ਜਾਂਦੀ ਹੈ ਉਸ ਪੱਧਰ ਦੇ ਵਿੱਚ। ਪਰ ਉਹਦੇ ਲਈ ਸਾਈਲੋ ਬਣਾਓ, ਉਹਦੇ ਲਈ ਬਾਕੀ ਚੀਜ਼ਾਂ ਬਣਾਓ, ਉਹਦੇ ਲਈ ਜਿਹੜਾ ਬੁਨਿਆਦੀ ਢਾਂਚਾ ਇੱਕ ਹੁੰਦਾ ਕਿ ਲੋਕਾਂ ਨੂੰ ਗਰੰਟੀ ਕਰਨ ਲਈ, ਭਰੋਸਾ ਦਿਵਾਉਣ ਦੇ ਲਈ, ਉਹ ਸਾਰੀਆਂ ਯੋਜਨਾਵਾਂ ਜੇਕਰ ਸਰਕਾਰ ਬਣਾਏਗੀ ਜਾਂ ਉਸ ਲੈਵਲ ਤੇ ਅਮਲ ਸ਼ੁਰੂ ਹੋਏਗਾ, ਤਾਂ ਇਹ ਜ਼ੋਨ ਵਾਈਜ਼ ਠੀਕ ਹੈ, ਇਹ ਉਦੋਂ ਬੈਟਰ ਰਹਿ ਸਕਦਾ ਮੁਕਾਬਲਤਨ। ਪਰ ਉਹਨਾਂ ਲੋਕਾਂ ਨਾਲ ਗਰੰਟੀ ਕਾਨੂੰਨੀ ਕਰਨੀ ਪਏਗੀ, ਜਿਹੜੇ ਵੀ ਵੱਖ-ਵੱਖ ਟਾਈਪ ਦੇ ਹੋਣਗੇ, ਤਾਂ ਕਿ ਉਹਨਾਂ ਨੂੰ ਲੱਗੇ ਕਿ ਮੈਨੂੰ ਛੱਡ ਕੇ ਨਹੀਂ ਜਾਊਗਾ ਜੇ ਮੇਰਾ ਕੁਝ ਨਾ ਬਣਿਆ, ਤੇ ਮੈਂ ਇਹਦੇ ਚੋਂ ਮਤਲਬ ਖਤਰਾ ਨਹੀਂ, ਗਰੰਟੀ। ਜਿਵੇਂ ਕਈ ਵਾਰ ਕੰਟਰੈਕਟ ਕਰ ਲੈਂਦੇ ਨੇ, ਆਲੂਆਂ ਦਾ ਕੰਟਰੈਕਟ ਪੈਪਸੀ ਨੇ ਇੱਕ ਵਾਰ ਕਰ ਲਿਆ ਸੀ, ਬਾਅਦ ਚੋਂ ਛੱਡ ਗਈ ਵੀ ਇੱਥੇ ਤਾਂ ਮਿੱਠਾ ਜ਼ਿਆਦਾ ਜੀ, ਆਲੂ ਜਾਂ ਫਲਾਨਾ ਜ਼ਿਆਦਾ। ਅਗਲਾ ਕਹਿੰਦਾ ਬੀਜ ਤੁਸੀਂ ਨੇ ਦਿੱਤਾ, ਮੈਂ ਉਹ ਵਰਤ ਰਿਹਾ, ਬਾਕੀ ਦੀਆਂ ਚੀਜ਼ਾਂ ਨੇ ਤੇ ਮੇਰਾ ਕੀ ਕਸੂਰ? ਘੱਟੋ ਘੱਟ ਉਹਦੇ ਵਿੱਚ ਗਵਰਨਮੈਂਟਾਂ ਦਾ, ਕੰਟਰੈਕਟ ਦੇ ਵਿੱਚ ਵੀ ਗਵਰਨਮੈਂਟਾਂ ਦਾ ਦਖਲ ਹੋਣਾ, ਗਵਰਨਮੈਂਟਾਂ ਨੂੰ ਖੜਨਾ, ਆਪ ਜ਼ਿੰਮੇਵਾਰੀ ਲੈਣਾ ਘਾਟੇ ਦੀ। ਇਹ ਇੱਕ ਨੈਟਵਰਕ, ਜਿਹੜਾ ਇੱਕ ਮੈਕੈਨਿਜ਼ਮ ਹੁੰਦਾ ਨਾ, ਉਹ ਤਿਆਰ ਕਰਨਾ ਬੜਾ ਜ਼ਰੂਰੀ। ਇਹ ਭਰੋਸਾ ਦਿੰਦਾ ਦੋਨੇ ਧਿਰਾਂ ਨੂੰ, ਸਾਰੀਆਂ ਧਿਰਾਂ ਨੂੰ, ਕਿ ਹਾਂ ਮੈਂ ਇਹ ਕਰੂੰਗਾ, ਮੈਂ ਇਹਦੇ ਚ ਮਾਰ ਨਹੀਂ ਖਾਂਦਾ, ਮੇਰੀ ਬਚਤ ਵਾਸਤੇ ਕੋਈ ਧਿਰ ਖੜੀ ਹੋਈ। ਬਿਲਕੁਲ। ਮੇਰਾ ਆਖਰੀ ਸਵਾਲ ਇਹ ਆ ਹਮੀਰ ਸਿੰਘ ਜੀ, ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਲੋਕਾਂ ਤੋਂ ਵੀ ਸਲਾਹ ਲੈ ਲੈਣੀ ਚਾਹੀਦੀ ਹੈ ਸਰਕਾਰ ਨੂੰ, ਤੇ ਸਰਕਾਰ ਹੁਣ ਕਹਿੰਦੇ ਕਿ ਬਜਟ ਨੂੰ ਲੈ ਕੇ ਲੋਕਾਂ ਦੀ ਸਲਾਹ ਲਏਗੀ। ਅਖਬਾਰਾਂ 'ਚ ਵੱਡੇ-ਵੱਡੇ ਇਸ਼ਤਿਹਾਰ ਲੱਗ ਗਏ, ਇਸ਼ਤਿਹਾਰਾਂ ਨੂੰ ਲੈ ਕੇ ਪਹਿਲਾਂ ਵੀ ਵਿਰੋਧ ਹੁੰਦਾ ਰਿਹਾ ਕਿ ਤੁਸੀਂ ਕਿੰਨਾ ਕੁ ਪੈਸਾ ਇਹਨਾਂ ਇਸ਼ਤਿਹਾਰਾਂ ਤੇ ਲਾ ਦੇਣਾ, ਸਲਾਹ ਕਿੰਨੀ ਕੁ ਮੰਨਣੀ ਹੈ ਫਿਰ ਲੋਕਾਂ ਦੀ। ਇਹਦੇ ਬਾਰੇ ਜਨਤਕ ਕੀ ਕੀਤਾ ਜਾਏਗਾ, ਦੱਸਿਆ ਜਾਏਗਾ ਕਿ ਇੰਨੇ ਲੋਕਾਂ ਨੇ ਆਹ ਸਲਾਹ ਦਿੱਤੀ ਹੈ, ਇਹਦੇ ਵਿੱਚੋਂ ਅਸੀਂ ਆਹ ਮੰਨ ਰਹੇ ਹਾਂ ਤੇ ਆਹ ਨਹੀਂ ਮੰਨ ਰਹੇ, ਤੇ ਕਿਉਂ ਨਹੀਂ ਮੰਨ ਰਹੇ ਜਿਹੜੀ ਨਹੀਂ ਮੰਨਣੀ ਤਾਂ। ਤੇ ਮੈਨੂੰ ਇਹ ਲੱਗਦਾ ਕਿ ਇਹ ਵੀ ਇੱਕ ਜਨਤਾ ਦੀ ਪਬਲਿਕ ਕੰਜੰਪਸ਼ਨ ਲਈ ਚੀਜ਼ਾਂ ਹੁੰਦੀਆਂ ਨੇ, ਕਿ ਅਸੀਂ ਐਂ ਕਰ ਰਹੇ ਹਾਂ, ਲੋਕ ਕਿਵੇਂ ਦੇਣਗੇ ਜੀ ਸਲਾਹ? ਤੁਸੀਂ ਇੱਕ ਕਰਤਾ, ਤੁਸੀਂ ਸਿਸਟਮ ਬਣਾ ਲਓ, ਜਾਂ ਤਾਂ ਕੋਈ ਸਿਸਟਮ ਬਣਾ ਲਓ, ਸਿਸਟਮ ਬਣਾਓ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਬੈਠਣਗੀਆਂ, ਸ਼ਹਿਰ ਦੀਆਂ ਵਾਰਡ ਸਭਾਵਾਂ ਅਸੀਂ ਬੁਲਾਉਂਦੇ ਹਾਂ, ਸਾਡੇ ਅਫਸਰ ਉੱਥੇ ਜਾਣਗੇ, ਉੱਥੇ ਬੈਠ ਕੇ ਗੱਲ ਕਰਾਂਗੇ ਅਸੀਂ। ਤੁਸੀਂ ਢਾਂਚਾ ਤਾਂ ਕੋਈ ਵੀ ਨਹੀਂ ਵਰਤਣਾ ਚਾਹੁੰਦੇ, ਖੁੱਲੀ ਕਬੱਡੀ ਖੇਡਣਾ ਚਾਹੁੰਦੇ, ਕੋਈ ਰੂਲ ਨਹੀਂ, ਕੋਈ ਰੈਗੂਲੇਸ਼ਨ ਨਹੀਂ, ਉਹਦਾ ਕੋਈ ਤੁਹਾਡੇ ਕੋਲ ਤਰੀਕਾਕਾਰ ਨਹੀਂ। ਇੱਕ ਜਾ ਕੇ ਬਾਕੀ ਤਾਂ ਤੁਸੀਂ ਸਾਡੇ ਐਮਐਲਏ ਨੂੰ ਦੱਸਿਆ ਹੋ ਜੀ, ਤੁਸੀਂ ਡੀਸੀ ਨੂੰ ਦੱਸਿਆ ਹੋ, ਤੁਸੀਂ ਕਾਸੇ ਤੇ ਪਾ ਦਿਓ, ਲੋਕ ਵੀ ਕਿਤੇ ਸਲਾਹ ਕਰਨਗੇ।
ਸਲਾਹ ਲਈ ਕਿਹੜਾ ਮੰਚ ਹੈ? ਤੁਹਾਡੇ ਲਈ ਸਟਰਕਚਰ ਚ ਮੰਚ ਨੇ, ਬਲਾਕ ਲੈਵਲ ਦੀਆਂ ਬਲਾਕ ਸਮਿਤੀਆਂ ਨੇ, ਜ਼ਿਲ੍ਹਾ ਲੈਵਲ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਨੇ, ਮਿਊਨਿਸਪਲ ਕਮੇਟੀਆਂ ਦੇ ਇਲੈਕਟਡ ਰਿਪਰੈਜ਼ੈਂਟੇਟਿਵ ਨੇ, ਗ੍ਰਾਮ ਸਭਾਵਾਂ, ਵਾਰਡ ਸਭਾਵਾਂ ਤੁਹਾਡੇ ਕੋਲ ਨੇ। ਤੁਸੀਂ ਕਹੋ ਉਹਨਾਂ ਦੇ ਵਿੱਚ ਸਰਕਾਰੀ ਅਫਸਰ ਜਾ ਕੇ ਬੈਠਣ, ਆਪਦੇ ਕਰਿੰਦੇ ਲੋਕਾਂ ਦੀ ਰਾਏ ਪੁੱਛਣ, ਜੇ ਰਾਏ ਪੁੱਛਣੀ ਹੋ ਹੈ ਤਾਂ। ਬਾਕੀ ਦੂਜੀ ਗੱਲ ਇਹ ਹੈ ਕਿ ਜਦੋਂ ਸੰਕਟ ਚ ਹੋਵੋ, ਜਦੋਂ ਟੈਕਨੀਕਲੀ 70,000 ਕਰੋੜ ਰੁਪਏ ਦਾ ਘਾਟੇ ਦਾ ਬਜਟ ਹੋਵੇ, ਤਾਂ ਉਦੋਂ ਮਾਹਰਾਂ ਦੀ ਰਾਏ ਜ਼ਿਆਦਾ ਪੁੱਛੀ ਜਾਂਦੀ ਹੈ ਕਿ ਭਾਈ ਸਾਹਿਬ ਇੱਥੇ ਅਸੀਂ ਫਸ ਗਏ ਹਾਂ ਤੇ ਇੱਥੇ ਨਹੀਂ। ਤੁਸੀਂ ਕਿੰਨੀਆਂ ਕੁ ਯੂਨੀਵਰਸਿਟੀਆਂ 'ਚ ਜਾ ਕੇ ਇਕੋਨੋਮਿਸਟਾਂ ਨੂੰ ਬੁਲਾ ਕੇ ਪੰਜਾਬ ਦਿਆਂ ਨੂੰ ਰਾਏ ਕਰ ਰਹੇ ਹੋ? ਤੁਸੀਂ ਕਿੰਨਿਆਂ ਕੁ ਨੂੰ ਹੁਣ ਤੱਕ ਪੈਨਲ ਤੇ ਲਿਆ ਹੋਇਆ ਕਿ ਅਸੀਂ ਤੁਹਾਡੀ ਰਾਏ ਜਾਣਨਾ ਚਾਹੁੰਦੇ ਹਾਂ? ਮਤਲਬ ਖਲਾਅ 'ਚ ਲੋਕਾਂ ਦਾ ਆਪਣਾ ਘਰ ਦਾ ਬਜਟ ਨਹੀਂ ਵਿਚਾਰਿਆਂ ਦਾ ਬਣਦਾ। ਲੋਕ ਤਾਂ ਖੁਦਕਸ਼ੀ ਕਰ ਰਹੇ ਨੇ ਆਪਦੇ ਇਨਕਮ ਦੇ ਪੰਗੇ ਦੇ ਕਰਕੇ ਕਿ ਮਤਲਬ ਉਹਨਾਂ ਕੋਲ ਤਾਂ ਉਨੇ ਪੈਸੇ ਵੀ ਨਹੀਂ ਆ, ਉਹਨਾਂ ਦੀ ਪਲਾਨਿੰਗ ਦੀ ਗੱਲ ਹੈ। ਉਹ ਮੰਗ ਕਰ ਸਕਦੇ ਨੇ। ਮੈਂ ਤੁਸੀਂ ਇਹ ਗੱਲ ਕਰੋਗੇ ਬਜਟ 'ਚ ਲੋਕ ਕੀ ਕਰ ਸਕਦੇ ਨੇ? ਬਜਟ 'ਚ ਲੋਕ ਇਹ ਕਹਿਣਗੇ ਨਾ ਕਿ ਭਾਈ ਸਾਹਿਬ ਆ ਖੁਦਕਸ਼ੀ ਕਰ ਰਹੇ ਪਰਿਵਾਰਾਂ ਦੀ ਜਿਹੜੀ ਪੈਂਡਿੰਗ ਪੈਸੇ ਦਿਓ, ਇਹਨੂੰ ਇੰਨੇ ਪੈਸੇ ਰੱਖੋ ਤੁਸੀਂ। ਲੋਕ ਇਹ ਕਹਿਣਗੇ ਕਿ ਜਿਹੜੇ ਪੈਸੇ, ਜਿਹੜੀਆਂ ਸਕੀਮਾਂ ਜਿਹੜੀਆਂ ਤੁਸੀਂ ਇਹ ਕੀਤੀਆਂ ਹੋਈਆਂ ਨੇ, ਮੇਰੇ ਤੱਕ ਲਾਭ ਨਹੀਂ ਪਹੁੰਚ ਰਿਹਾ, ਉਹ ਲਾਭ ਲਈ ਇੰਨਾ ਪੈਸਾ ਚਾਹੀਦਾ, ਰੱਖੋ। ਲੋਕ ਕਹਿਣਗੇ ਕਿ ਰੁਜ਼ਗਾਰ ਵਾਸਤੇ, ਰੁਜ਼ਗਾਰ ਦਾ ਤਰੀਕਾ ਜਿਹੜਾ ਮਨਰੇਗਾ ਵਰਗਾ ਕੀਤਾ ਹੋਇਆ, ਉਹਨੇ 100 ਦਿਨ ਦਾ ਕੀਤਾ ਹੈ, ਤੁਸੀਂ 150 ਦਿਨ ਦਾ ਕਰ ਦਿਓ, 50 ਦਿਨ ਦੀ ਇੱਕ ਸਕੀਮ ਉਹਦੇ ਨਾਲ ਜੋੜ ਦਿਓ, 150 ਦਿਨ ਦੀ ਗਰੰਟੀ ਕਰ ਦਿਓ। ਤੇ ਤੁਸੀਂ, ਮੈਂ ਰੁਜ਼ਗਾਰ ਚਾਹੁੰਦਾ, ਮੈਨੂੰ ਆਮ ਲੇਬਰਰ ਨੂੰ ਵੀ ਜੇ ਤੁਸੀਂ ਰੁਜ਼ਗਾਰ ਦੇਣਾ ਚਾਹੁੰਦੇ ਹੋ, ਆਮ ਸਧਾਰਨ ਮਜ਼ਦੂਰ ਨੂੰ ਦੇਣਾ ਚਾਹੁੰਦੇ ਹੋ, ਲੋਕ ਕਹਿਣਗੇ ਕਿ ਉਹਨੂੰ ਮੈਨੇਜ ਕਰਨ ਲਈ ਫਿਰ ਬਾਕੀ ਦੀਆਂ ਚੀਜ਼ਾਂ, ਮੇਟ ਭਰਤੀ ਕਰ ਲਓ, ਪੂਰੇ ਗ੍ਰਾਮ ਸੇਵਕ ਪੂਰੇ ਭਰਤੀ ਕਰ ਲਓ, ਚੀਜ਼ਾਂ ਤਾਂ ਚੱਲਣਗੀਆਂ। ਉਹਦੇ ਲਈ ਹੁਣ ਪੈਸਾ ਥੋੜੀ, ਪੈਸੇ ਦਾ ਕਿੱਥੋਂ ਆਏਗਾ? ਜਿਹੜਾ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਕਿ ਅਸੀਂ ਤਾਂ ਜੀ ਰੇਤੇ ਚੋਂ 30,000 ਕਰੋੜ ਵਾਧੂ ਕਮਾ ਲਾਂਗੇ, ਅਸੀਂ ਠੇਕਿਆਂ ਚੋਂ ਇੰਨੇ ਹਜ਼ਾਰ ਕਰੋੜ ਵਾਧੂ ਕਮਾ ਲਾਂਗੇ, ਬਾਕੀਆਂ ਚੋਂ ਅਜੇ ਲੋਕ ਉਹ ਕਾਰੀਗਰੀ ਦੇਖਦੇ ਨੇ, ਔਰ ਉਹ ਕਾਰੀਗਰੀ ਦੇਖਣ ਦੀ ਲੋੜ ਨਹੀਂ। ਔਰ ਇਹਦੇ ਲਈ ਇਹ ਇਕਨੋਮਿਕਸ ਦਾ ਕੰਮ ਜਾਂ ਬਜਟਾਂ ਦੇ ਕੰਮ, ਇਹ ਥੋੜੇ ਜਿਹੇ ਟੈਕਨੀਕਲ ਕੰਮ ਹੁੰਦੇ ਨੇ। ਇਹਦੇ ਲਈ ਐਕਸਪਰਟਸ ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਉਹਨਾਂ ਕੋਲ ਆਪ ਚੱਲ ਕੇ ਜਾਓ ਜਾਂ ਉਹਨਾਂ ਨੂੰ ਬੁਲਾਓ, ਮਾਨ ਸਨਮਾਨ ਨਾਲ ਜੋ ਵੀ ਕਰਨਾ ਚਾਹੁੰਦੇ ਨੇ। ਉਹਦੇ 'ਚ ਵੀ ਪਿਕ ਐਂਡ ਚੂਜ਼ ਨਾ ਹੋਵੇ, ਤੁਸੀਂ ਸਾਰੇ ਐਕਸਪਰਟਸ ਤੋਂ ਹੀ ਰਾਏ ਲੈ ਸਕਦੇ ਹੋ ਕਿ ਤੁਸੀਂ ਦੱਸੋ ਕੀ ਚਾਹੀਦਾ, ਰੈਵਨਿਊ ਕਿਵੇਂ ਵਧੇਗਾ, ਕਿੱਥੋਂ ਕਿਹੜੀ ਚੀਜ਼ ਹਟਾਈ ਜਾ ਸਕਦੀ ਹੈ, ਹੁਣ ਤੱਕ ਦਾ ਕਰਜ਼ਾ ਕਿਵੇਂ ਮੁੜੇਗਾ, ਤੇ ਫਿਰ ਅਸੀਂ ਕਿੱਥੇ ਖਰਚ ਕਰੀਏ, ਕਿੱਥੇ ਨਾ ਕਰੀਏ। ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਬੁਲਾ ਕੇ, ਤੁਸੀਂ ਮੇਰਾ ਖਿਆਲ ਹੈ ਉਸ ਤਰੀਕੇ ਨਾਲ ਪੁੱਛੋਗੇ, ਉਹ ਜ਼ਿਆਦਾ ਬਿਹਤਰ ਹੈ। ਇਹ ਚੀਜ਼ ਨਾਲ ਤਾਂ ਕੇਵਲ ਇੱਕ ਇਹੋ ਜਿਹਾ ਹੀ ਕੰਮ ਹੈ, ਜਿਵੇਂ ਤੁਸੀਂ ਲੋਕਾਂ ਨੂੰ ਖਟਕੜ ਕਲਾਂ ਬੁਲਾ ਲਿਆ, ਲੱਖਾਂ ਲੋਕਾਂ ਨੂੰ, ਕਿ ਸਾਰੇ ਬੰਦੇ ਅੱਜ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ, ਤੇ ਉਹ ਬੰਦੇ ਵਿਚਾਰੇ ਠੱਗੇ ਮਹਿਸੂਸ ਕਰਨ ਵੀ ਤੁਸੀਂ 2 ਮਿੰਟ 'ਚ ਚਲੇ ਗਏ, ਸੰਬੋਧਨ ਵੀ ਨਹੀਂ ਹੋਇਆ, ਬਾਕੀ ਵੀ ਨਹੀਂ ਹੋਇਆ, ਖੜੇ ਹੋ ਕੇ ਲੋਕਾਂ ਨੂੰ ਇੱਕ ਵੈਸੇ ਹੀ ਕਹਿ ਦਿੰਦੇ ਕਿ ਬਾਅਦ ਦੇ ਵਿੱਚ ਜਦੋਂ ਸੰਵਿਧਾਨਕ ਲੋੜ ਪੂਰੀ ਹੋ ਗਈ ਸੀ, ਤੇ ਬਜਟ ਦੇ ਵਿੱਚ ਵੀ ਤੁਸੀਂ ਕੀ ਕਰਨਾ ਚਾਹੋਗੇ? ਇਹ ਚੀਜ਼ਾਂ, ਮਤਲਬ ਇਹਦੇ ਨਾਲ ਕਈ ਵਾਰ ਚੀਜ਼ਾਂ ਚੰਗੀਆਂ ਹੁੰਦੀਆਂ ਹੋਈਆਂ ਵੀ ਮਜ਼ਾਕ ਬਣ ਜਾਂਦੀਆਂ ਨੇ। ਤੇ ਤੁਸੀਂ ਸੀਰੀਅਸਲੀ ਲੋਕਾਂ ਸਾਹਮਣੇ ਜਾਂ ਤਾਂ ਵਾਈਟ ਪੇਪਰ ਰੱਖੋ, ਇਦੋਂ ਪਹਿਲਾਂ ਲੋਕਾਂ ਦੀ ਕਚਹਿਰੀ 'ਚ ਦੱਸੋ ਕਿ ਐਡਾ ਕਰਜ਼ਾ ਹੈ, ਇੱਥੇ ਅਸੀਂ ਹੁਣ ਤੱਕ ਖਰਚ ਕਰ ਰਹੇ ਹਾਂ, ਇੱਥੇ ਹੁਣ ਤੱਕ ਸਾਡੇ ਕੋਲ ਇੰਨਾ ਰੈਵਨਿਊ ਆ ਰਿਹਾ। ਉਹ ਲੋਕਾਂ ਨੂੰ ਪੂਰੀ ਤਰ੍ਹਾਂ ਉਹ ਇਸ਼ਤਿਹਾਰ 'ਚ ਲਿਖਦੇ, ਜਿਹੜਾ ਇਸ਼ਤਿਹਾਰ ਦਿੱਤਾ ਹੈ ਨਾ, ਉਹਦੇ 'ਚ ਲਿਖ ਦਿੰਦੇ ਟੋਟਲ ਫਿਗਰਾਂ, ਤੇ ਫਿਰ ਲੋਕਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਦੱਸੋ ਵੀ ਇਹਦੇ 'ਚੋਂ ਅਸੀਂ ਕਿਹੜੀ ਚੀਜ਼ ਤੇ ਖਰਚ ਘੱਟ ਕਰੀਏ, ਕਿਹੜੀ ਤੇ ਵੱਧ ਕਰੀਏ। ਉਹਨਾਂ ਨੂੰ ਦੱਸਦੇ ਵੀ ਇੱਥੇ ਇੰਨਾ ਖਰਚ ਹੋ ਰਿਹਾ, ਇੱਥੇ ਇੰਨਾ ਖਰਚ ਹੋ ਰਿਹਾ। ਅੱਜ ਇਹ ਛਪਿਆ ਪੰਜਾਬ ਦੇ ਵਿੱਚ, ਇੱਕ ਸਟੋਰੀ ਛਪੀ ਹੈ, ਉਹ ਕਹਿੰਦੇ ਨੇ ਜਿੰਨੇ ਪ੍ਰਸ਼ਾਸਨਿਕ ਟੋਟਲ ਖਰਚੇ ਨੇ ਨਾ ਸਾਡੇ, ਕਮਿਟਡ ਐਕਸਪੈਂਡੀਚਰ, ਉਹ 97% ਹੈ ਟੋਟਲ ਸਾਡੇ ਰੈਵਨਿਊ ਦਾ, 97% ਜਿੰਨਾ ਸਾਡੇ ਕੋਲ ਬਣਦਾ। ਉਹਦੇ 'ਚ ਤਨਖਾਹਾਂ ਤੇ ਪੈਨਸ਼ਨਾਂ ਨੇ, ਉਹਦੇ 'ਚ ਕਰਜ਼ੇ ਦਾ ਵਿਆਜ ਹੈ, ਜਿਹੜਾ ਵਿਆਜ 3,15,748 ਕਰੋੜ ਰੁਪਇਆ ਹੋ ਗਿਆ 2022-23 ਦੇ, ਹੋਣ ਦੀ ਸੰਭਾਵਨਾ 2022-23 ਦੇ ਸਾਲ ਦੇ ਵਿੱਚ, ਤੇ 18,000 ਰੁਪਏ ਕਿਸ਼ਤ ਹੈ ਇਕੱਲੀ। ਔਰ ਉਹ ਸਾਰੇ ਮਾਮਲੇ ਦੇ ਵਿੱਚ ਬਾਕੀ ਸਬਸਿਡੀਜ਼ ਦਾ ਸਵਾਲ ਹੈ, ਜਿਹੜਾ ਵੱਖ-ਵੱਖ ਟਾਈਪ ਦੀਆਂ ਨੇ, ਚਾਹੇ ਉਹ ਕਿਸੇ ਨੂੰ ਵੀ ਦਿੱਤੀਆਂ ਜਾਂਦੀਆਂ, ਇਹ 97%, 3% ਬਚਦਾ। ਜਦੋਂ ਸਾਰੀ ਕੱਲੀ ਦੱਸੋਗੇ ਤੁਸੀਂ ਚੀਜ਼, ਇੰਨਾ ਸਾਡਾ ਇੱਥੇ ਖਰਚਾ, ਇੰਨਾ, ਤੁਸੀਂ ਫਿਰ ਲੋਕਾਂ ਤੋਂ ਕੋਈ ਰਾਏ ਪੁੱਛੋ, ਸ਼ਾਇਦ ਕੋਈ ਕਹਿੰਦੇ ਭਾਈ ਇੱਥੇ ਘਟਾ ਦਿਓ, ਇੱਥੇ ਵਧਾ ਦਿਓ। ਕਿਸ਼ਤ ਤੁਸੀਂ ਕਹਿ ਰਹੇ ਸੀ 18,000 ਕਰੋੜ ਰੁਪਏ? ਹਾਂ, ਸਾਲ ਦੀ ਇਕੱਲੇ ਵਿਆਜ ਦੀ, ਮਤਲਬ ਜਿਹੜਾ ਕਰਜ਼ਾ ਲਿਆ ਹੋਇਆ ਪੰਜਾਬ ਗਵਰਨਮੈਂਟ ਨੇ ਲਿਆ, ਔਰ ਇਹ ਲਗਾਤਾਰ ਵੱਧ ਰਿਹਾ, ਕੋਈ ਘਟ ਨਹੀਂ ਰਿਹਾ ਉਸ ਪੱਧਰ ਦੇ ਉੱਤੇ। ਔਰ ਇਸ ਕਰਕੇ ਇਹ ਸਾਰਾ ਜਿਹੜਾ ਸੈਟਅਪ ਹੈ, ਤੇ ਇਹ ਕਿਵੇਂ ਠੀਕ ਹੋ, ਲੋਕਾਂ ਨੂੰ ਪਹਿਲਾਂ ਇੱਕ ਚੀਜ਼ ਤਾਂ ਦੱਸ ਦਿਓ ਨਾ ਪੂਰੀ, ਇਹਦੇ ਉੱਤੇ ਲਿਖੀਆਂ ਹੁੰਦੀਆਂ ਇਹ ਸਾਰੀਆਂ ਫਿਗਰਾਂ ਕਿ ਇਹਨੂੰ ਇੱਥੇ ਖਰਚ ਕਰਨਾ। ਜਿਹੜਾ ਪ੍ਰਸ਼ਾਸਨਿਕ ਖਰਚ ਹੈ ਨਾ, ਕਮਾਲ ਦੀ ਗੱਲ ਇਹ ਹੈ, ਉਹਦਾ ਬਹੁਤ ਵੱਡਾ ਹਿੱਸਾ ਪੁਲਿਸ ਪ੍ਰਸ਼ਾਸਨ ਤੇ ਖਰਚ ਹੁੰਦਾ ਹੈ, ਜਨਰਲ ਪ੍ਰਸ਼ਾਸਨ ਟੋਟਲ ਨਾਲੋਂ ਵੀ ਵੱਧ ਕੱਲਾ ਇੱਕ ਡਿਪਾਰਟਮੈਂਟ ਦੇ ਪ੍ਰਸ਼ਾਸਨ ਤੇ, ਪ੍ਰਸ਼ਾਸਨਿਕ ਸੈਟਅਪ ਤੇ ਖਰਚ ਹੁੰਦਾ।
ਉਹ ਕਿੱਥੋਂ ਲਿਆਓਗੇ? ਲੋਕ ਕਹਿਣਗੇ ਫਿਰ ਕੱਲ ਨੂੰ ਤੁਹਾਨੂੰ ਵੀ ਭਾਈ ਪੁਲਿਸ ਰਾਜ ਨਾ ਬਣਾਓ, ਪੁਲਿਸ ਤੋਂ ਘਟਾ ਦਿਓ, ਪੁਲਿਸ ਦੀਆਂ ਹੀ ਨੌਕਰੀਆਂ ਕੱਢ ਦਿਓ ਤੁਸੀਂ, ਬਾਕੀ ਤਾਂ ਨੌਕਰੀਆਂ ਵੀ ਉਨੀਆਂ ਜ਼ਿਆਦਾ ਨਹੀਂ ਕੱਢਦੇ। ਬਾਕੀ ਚੀਜ਼ਾਂ ਵੀ ਨੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਣ ਵਾਲੀਆਂ ਨੇ ਉਧਰਲੇ ਪਾਸੇ ਜਾਓ। ਕੋਈ ਪਤਾ ਤਾਂ ਲੱਗੇ ਤੁਸੀਂ ਕਿੰਨਾ ਕਿਹਦੇ ਤੇ ਖਰਚ ਕਰ ਰਹੇ ਹੋ। ਡਿਪਾਰਟਮੈਂਟਾਂ ਦੇ ਵਿੱਚੋਂ ਵੀ ਲੋਕਾਂ ਨੂੰ ਦੱਸਦੇ ਹੋ ਨਾ ਜਦੋਂ, ਕਿ ਆਹ ਡਿਪਾਰਟਮੈਂਟ ਸਾਲ 'ਚ ਇੰਨਾ ਖਰਚਾ, ਇੱਥੇ ਇੰਨਾ ਖਰਚਾ, ਇੱਥੇ ਇੰਨਾ ਖਰਚਾ। ਉਹਦੇ 'ਚੋਂ ਲੋਕਾਂ ਨੂੰ ਸ਼ਾਇਦ ਥੋੜ੍ਹੀ ਸੋਝੀ ਆਏਗੀ, ਸਮਝਦਾਰੀ ਜ਼ਿਆਦਾ ਬਣ ਜਾਂਦੀ ਹੈ ਜਦੋਂ ਸਾਹਮਣੇ ਫੈਕਟ ਫਿਗਰ ਹੁੰਦੀ ਹੈ। ਫਿਰ ਉਹ ਕੋਈ ਜਵਾਬ ਦੇ ਸਕਦਾ। ਇਹ ਪੰਨਾ ਖਾਲੀ ਛੱਡਤਾ, ਕੱਲਾ ਕੱਲਾ ਇੰਨਾ ਵੀ ਤੁਸੀਂ ਜਵਾਬ ਦਿਓ। ਇਹ ਪੰਨੇ ਦਾ ਫਾਇਦਾ ਲੈ ਲੈਂਦੇ ਥੋੜਾ ਜਿਹਾ ਹੋਮਵਰਕ ਕਰਕੇ, ਉਹ ਸਾਰੀ ਫਿਗਰ ਦੇ ਦਿੰਦੇ, ਲੋਕਾਂ ਸਾਹਮਣੇ ਅਸਲੀਅਤ ਚਲੀ ਜਾਂਦੀ ਤੇ ਸ਼ਾਇਦ ਉਹ ਜਵਾਬ ਵੀ ਪ੍ਰੋਪਰ ਦੇ। ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਸ਼ੁਕਰੀਆ ਅਮੀਰ ਸਿੰਘ ਜੀ, ਧੰਨਵਾਦ ਤੁਹਾਡਾ। ਜੀ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਸਵਾਲ ਇੱਥੇ ਹੀ ਆ ਕੇ ਮੁੱਕਦਾ ਹੈ ਕਿ ਜੇ ਵਾਕਈ ਨੀਤੀ ਤੇ ਨੀਅਤ ਚੰਗੀ ਆ ਤਾਂ ਲੋਕਾਂ ਦੇ ਵਿੱਚ ਉਹ ਸੁਨੇਹਾ ਆਪਣੇ ਆਪ ਪਹੁੰਚ ਜਾਣਾ, ਲੋਕਾਂ ਨੂੰ ਪਤਾ ਲੱਗ ਜਾਣਾ। ਜੇਕਰ ਹੁਣ ਇਸ਼ਤਿਹਾਰਬਾਜ਼ੀ ਤੋਂ ਬਾਅਦ ਵੀ ਲੋਕਾਂ ਦੀ ਨਹੀਂ ਮੰਨੀ ਜਾਂਦੀ ਤਾਂ ਫਿਰ ਲੋਕ ਜਿਹੜੇ ਉਹ ਆਪ ਮੁਹਾਰੇ ਸਮਝ ਜਾਣਗੇ ਕਿ ਸਰਕਾਰ ਕਿਹੜੇ ਪਾਸੇ ਵੱਲ ਚੱਲ ਰਹੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।